कौन को पूत पिता को काको, कौन मरै को दे संताप, हार ठग जग को ठगौरी लाई, हर के वियोग कैसे जियो मेरी माई, रहाओ कौन को पुरख, कौन की नारी, या तत लेहो शरीर विचारी, कह कबीर ठग स्यों मन मानिया, गई ठगौरी ठग पहचानिया, कह कबीर ठग स्यों मन मानिया, गई ठगौरी ठग पहचानिया। सो वाहिगुरु जी का खालसा, वाहिगुरु जी की फतेह। परम सन्मान योग जुगो जुग अटल चवर छतर ते तखत दे मालिक बाणी के बोहेत, सर्ब सांझी वालता दे लखायक शब्द गुरु दसां ही पातशाहियां दी जोत धन 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 श्री गुरु ग्रंथ साहिब महाराज जी दी पावन पवित्र हजूरी गुरुद्वारा श्री दमदमा साहिब पातशाही पहली पातशाही छेवीं महान पवित्र इतिहासक स्थान ते विराजमान और यात्रा कर रही बहुत ही सन्मानयोग गुरु प्यारी गुरु सवारी साध संगत जी वडभागे हो, जो अमृत वेले दी सांभ संभाल करदियां होया ना आप जी ने सिर्फ नींदर आलस आदि दा ही तर्क त्याग किया, बल्कि पिछले कई दिनों तो जिस प्रकार मौसम ने करवट बदली है, सर्दी बरसात इत्यादक नाल जो मॉइस्चर नमी वधी है, जिस करके मनुखी ह्यूमन बॉडी नू शरीर नू खेचला हुंदियां ने, बावजूद इस दे आप जी दा गुरु दरबार विच पहुंचना इस गल दा प्रतीक है कि सतगुरु जी दी महान बख्शिश रूपी ये किरपा है, जिस सदका आप जी ये संभाल करदे हो। भाई नमस्कार है आप जैसे सतसंगियां दे चरनां विच। सतगुरु आप सारियां दी ये मुहब्बत, ये गुरु दरबार नाल प्यार दी गंढ होर पीढ़ी करे और आने वाले समय विच आप जी इसे प्रकार सतगुरु जी दी मेहरामत दे पात्र भी बनते रहो। उपरंत आप जी ने संगत जी हुणे हुणे जो एक पवित्र शब्द सरवण किया है, ये पावन शब्द भगत कबीर साहब जी की रचना तो उचारण किया होया गौड़ी राग अंदर
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 331 ਤੇ ਇਹ ਦਰਜ ਹੈ। ਤੋ ਭਗਤ ਕਬੀਰ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਅੱਜ ਸਾਨੂੰ ਸਾਰਿਆਂ ਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਕੁਝ ਸਮਾਂ ਅਸੀਂ ਸਾਰੇ ਰਲ ਕੇ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਦਾ ਯਤਨ ਕਰੀਏ। ਰੋਜ਼ਾਨਾ ਦੀ ਤਰ੍ਹਾਂ ਸਰਵਪ੍ਰਥਮ ਬੇਨਤੀ ਹੈ ਆਪ ਸਾਰਿਆਂ ਨੇ ਅਸੀਸ ਦੇਣੀ, ਸਹਿਯੋਗ ਬਖਸ਼ਿਸ਼ ਕਰਨਾ ਜੀ। ਭਾਵੇਂ ਅਸੀਂ ਗੁਰੂ ਘਰ ਵਿੱਚ ਬੈਠੇ ਹਾਂ ਜਾਂ ਕੁਝ ਸਰੀਰ ਇਹ SMZ ਨਿਊਜ਼ ਰਾਹੀਂ ਘਰ ਬੈਠ ਕੇ ਵੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਲਾਈਵ ਦਰਸ਼ਨ ਕੀਰਤਨ ਵਿਚਾਰ ਨਾਲ ਜੁੜਦੇ ਨੇ। ਤੋ ਭਾਈ ਸਾਰੇ ਹੀ ਸੁਰਤ ਜੋ ਹੈ ਉਸ ਨੂੰ ਸ਼ਬਦ ਵਿੱਚ ਜੋੜਨ ਦਾ ਯਤਨ ਕਰੀਏ। ਕੱਲ ਮੀਨਸ ਟੁਮਾਰੋ 9 ਜਨਵਰੀ ਨੂੰ ਸਾਹਿਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਅਦੁੱਤੀ ਯੋਧਾ ਮਹਾਨ ਸਾਹਿਤਕਾਰ ਪੁੱਤਰਾਂ ਦਾ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਵਸ ਹੈ। ਤੋ ਇਸ ਸੰਬੰਧ ਵਿੱਚ ਕੱਲ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਸਜਨੇ ਨੇ, ਉਹਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ। ਗੁਰੂ ਕੇ ਲੰਗਰ ਵੀ ਅਟੁੱਟ ਵਰਤਣਗੇ। ਬਹੁਤ ਹੀ ਉੱਚ ਕੋਟੀ ਦੇ ਰਾਗੀ ਢਾਡੀ ਪ੍ਰਚਾਰਕ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਵਿਚਾਰਾਂ ਰਾਹੀਂ ਨਿਹਾਲ ਕਰਨ ਵਾਸਤੇ ਪਹੁੰਚਣਗੇ। ਜੋੜਾ ਘਰ ਦੇ ਉੱਪਰ ਜੋ ਫਲੈਕਸ ਬੋਰਡ ਲੱਗਾ ਹੈ ਉਹਦੇ ਲੰਘਦਿਆਂ ਟੱਪਦਿਆਂ ਆਪ ਜੀ ਦਰਸ਼ਨ ਕਰ ਸਕਦੇ ਹੋ। ਸੋ ਸਾਧ ਸੰਗਤ ਆਓ ਜਿਤਨੇ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹੋ, ਜਿੱਥੇ ਅਸੀਂ ਇਸ ਸ਼ਬਦ ਦੀ ਵਿਚਾਰ ਕਰਾਂਗੇ ਉੱਥੇ ਵਿੱਚ ਵਿੱਚ ਥੋੜਾ ਸਮਾਂ ਅਸੀਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਵੀ ਵਿਚਾਰਾਂ ਦੇ ਮਾਧਿਅਮ ਨਾਲ ਅਭਿਨੰਦਨ ਕਰਾਂਗੇ। ਸੋ ਗੁਰਮੰਤਰ ਦਾ ਉਚਾਰਨ ਕਰੀਏ, ਇਕਾਗਰਤਾ ਬਣੇ, ਪਿਆਰ ਨਾਲ ਰੋਜ਼ਾਨਾ ਦੀ ਤਰ੍ਹਾਂ ਦਿਓ ਅਸੀਸ ਸੇਵਾਦਾਰ ਨੂੰ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਅੱਜ ਦਾ ਜਿਹੜਾ ਸ਼ਬਦ ਹੈ ਉਸ ਦਾ ਜੋ ਸੈਂਟਰਲ ਆਈਡੀਆ ਹੈ, ਸਾਰਾਂਸ਼ ਹੈ ਜਾਂ ਕੇਂਦਰੀ ਭਾਵ ਹੈ, ਉਹ ਹੈ ਮੋਹ ਦੇ ਉੱਪਰ। ਸਤ ਸੰਗਤ, ਮੋਹ ਜਿਹੜੇ ਸਾਡੇ ਸਰੀਰ ਵਿੱਚ 5 ਜਜ਼ਬੇ ਨੇ, ਉਹਨਾਂ ਵਿੱਚੋਂ ਕ੍ਰਮਵਾਰ ਚੌਥੇ ਨੰਬਰ ਤੇ ਆਉਂਦਾ ਹੈ। ਇਹਦਾ ਨੰਬਰ ਚੌਥਾ ਹੈ। ਉਂਝ ਤੇ ਗੁਰਬਾਣੀ ਵਿੱਚ ਜਦੋਂ ਵੀ ਜ਼ਿਕਰ ਆਵੇਗਾ ਸਭ ਤੋਂ ਪਹਿਲਾਂ ਕਾਮ ਤੇ ਨਾਲ ਦੀ ਨਾਲ ਕ੍ਰੋਧ ਦਾ ਜ਼ਿਕਰ ਆ ਜਾਏਗਾ। ਜਿੱਥੇ ਕਾਮ ਦਾ ਮੈਂਸ਼ਨ ਹੋਵੇਗਾ ਉੱਥੇ ਕ੍ਰੋਧ ਦਾ ਜ਼ਰੂਰ ਹੋਵੇਗਾ, ਮੋਸਟਲੀ 100% ਨਹੀਂ। ਜਿੱਥੇ ਪੰਜਾਂ ਦਾ ਜ਼ਿਕਰ ਆਵੇ ਉੱਥੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਮਨ, ਲੀਣਾ, ਬੰਧਨ, ਕਾਟ, ਮੁਕਤ, ਗੁਰ, ਕੀਨਾ ਇਤਿਆਦਿ ਇਦਾਂ ਦੇ ਵਚਨ ਆਉਂਦੇ ਨੇ। ਹੁਣ ਸੁਰ ਤੇ ਜ਼ੋਰ ਦੇ ਕੇ ਬੇਨਤੀ ਸੁਣਿਓ। ਕ੍ਰਮਵਾਰ ਜੇ ਮੋਹ ਨੂੰ ਗਿਣੀਏ ਤੇ ਚੌਥੇ ਨੰਬਰ ਤੇ ਆਉਂਦਾ ਹੈ। ਇੱਕ ਥਾਂ ਤੇ ਇਹਨਾਂ ਪੰਜਾਂ ਦੀ ਵਿਆਖਿਆ ਕੀਤੀ ਹੈ ਗੁਰੂ ਗ੍ਰੰਥ ਸਾਹਿਬ 'ਚ, ਔਰ ਉਹ ਵਿਆਖਿਆ ਹੈ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ। ਪੰਜਵੇਂ ਪਾਤਸ਼ਾਹ ਨੇ ਕਾਮ ਤੋਂ ਸ਼ੁਰੂ ਕਰਕੇ ਅਹੰਕਾਰ ਤੱਕ ਪੰਜਾਂ ਨੂੰ ਇੱਕ ਇੱਕ ਸ਼ਬਦ ਦਿੱਤਾ ਹੈ। ਪੰਜਾਂ ਦੇ ਸੰਬੰਧ ਵਿੱਚ ਇੱਕ ਇੱਕ ਸ਼ਬਦ ਵਿੱਚ ਬਚਨ ਲਿਖੇ ਨੇ ਇਕੱਠੇ। ਸ਼ੁਰੂਆਤ ਕਾਮ ਤੋਂ ਕੀਤੀ ਹੈ। ਕਾਮ ਬਾਰੇ ਕਹਿੰਦੇ ਨੇ, ਹੇ ਕਾਮੰਗ ਨਰਕ ਬਿਸਰਾਮੰਗ। ਜਦੋਂ ਸਾਧ ਸੰਗਤ ਕ੍ਰੋਧ ਦੀ ਗੱਲ ਆਉਂਦੀ ਹੈ ਤੇ ਹੇ ਕਲ ਮੂਲ ਕ੍ਰੋਧੰ ਕਦੰ ਚ ਕਰੁਣਾ ਨਾ ਉਪਰਜਤੇ। ਇਹ ਕ੍ਰੋਧ, ਤੂੰ ਜਦੋਂ ਕਿਸੇ ਤੇ ਸਵਾਰ ਹੋ ਜਾਂਦਾ ਨਾ ਉਦੋਂ ਥੋੜੀ ਜਿਹੀ ਵੀ ਦਇਆ ਉਹਦੇ ਮਨ 'ਚ ਨਹੀਂ ਤੂੰ ਆਉਣ ਦਿੰਦਾ। ਤੁਸੀਂ ਦੇਖਿਆ ਨਾ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਕੈਦ ਕੱਟਦੇ ਨੇ, ਕਈ ਵਾਰ ਆਜੀਵਨ ਕਾਰਾਵਾਸ ਮਿਲ ਜਾਂਦਾ,
ਉਹ ਫਿਰ ਚੇਤਾ ਕਰਦੇ ਉਸ ਘੜੀ ਨੂੰ ਜਦੋਂ ਉਹਨਾਂ ਕੋਲੋਂ ਇਹ ਕ੍ਰਾਈਮ ਹੋਇਆ ਸੀ ਤੇ ਕਹਿੰਦੇ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ, ਬੜੀ ਵੱਡੀ ਗਲਤੀ ਕਰ ਬੈਠਾ, 1 ਮਿੰਟ ਦੀ ਗਲਤੀ ਨੇ ਸਾਰੀ ਜ਼ਿੰਦਗੀ ਤਬਾਹ ਕਰ ਦਿੱਤੀ। ਮਰਜ਼ ਕਹਿੰਦੇ ਜਿਹੜਾ ਕ੍ਰੋਧ ਹੈ ਇਹਨੂੰ ਕਹਿੰਦੇ ਨੇ ਵੀ ਤੂੰ ਜੀਵ ਦੇ ਹਿਰਦੇ ਵਿੱਚ ਦਇਆ ਨਹੀਂ ਪੈਦਾ ਹੋਣ ਦਿੰਦਾ। ਉਸ ਵੇਲੇ ਤੂੰ ਬਿਲਕੁਲ ਕਰੂਰ ਹੋ ਜਾਣਾ, ਕਠੋਰ ਹੋ ਜਾਣਾ ਤੇ ਬੰਦੇ ਕੋਲੋਂ ਬੜੀ ਵੱਡੀ ਗਲਤੀ ਗੁਨਾਹ ਕਰਾ ਦੇਣਾ, ਫਿਰ ਤਾਂ ਉਮਰ ਪਛਤਾਉਂਦਾ ਰਹਿੰਦਾ ਪਰ ਧੁੱਪਦਾ ਨਹੀਂ। ਫਿਰ ਵਾਰੀ ਆਉਂਦੀ ਹੈ ਲੋਭ ਦੀ ਤੇ ਹਜ਼ੂਰ ਕਹਿੰਦੇ ਨੇ ਹੇ ਲੋਭਾ ਲੰਪਟ ਸੰਗ ਸਿਰ ਮੋਰਾ ਅਨਕ ਲਹਿਰੀ ਕਲੋਲ ਤੇ। ਹੁਣ ਮੇਰਾ ਵਿਸ਼ਾ ਨਹੀਂ ਇਸ ਕਰਕੇ ਇਹਨਾਂ ਨੂੰ ਮੈਂ ਪੂਰਾ ਨਹੀਂ ਖੋਲ ਰਿਹਾ। ਹੁਣ ਜਦੋਂ ਵਾਰੀ ਆਉਂਦੀ ਹੈ ਨਾ ਚੌਥੀ ਜਿਹੜੀ ਸਾਡੇ ਅੱਜ ਦੇ ਸ਼ਬਦ ਨਾਲ ਰਿਲੇਟਡ ਹੈ, ਸੰਬੰਧਤ ਹੈ, ਜਦੋਂ ਮੋਹ ਨੂੰ ਮਹਾਰਾਜ ਮੁਖਾਤਬ ਹੁੰਦੇ ਨਾ ਪੰਜਵੇਂ ਪਾਤਸ਼ਾਹ, ਤਾਂ ਫਿਰ ਹਜ਼ੂਰ ਲਿਖਦੇ ਨੇ ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨੈ। ਸਮਝਣ ਵਾਲੇ ਬੋਲ ਨੇ। ਹੇ ਅਜਿਤ ਸੂਰ, ਮੋਹ ਨੂੰ ਮਹਾਰਾਜ ਕਹਿੰਦੇ ਤੂੰ ਨਾ ਜਿੱਤਿਆ ਜਾਣ ਵਾਲਾ ਸੂਰਮਾ ਹੈ, ਨਾ ਜਿੱਤਿਆ ਜਾਣ ਵਾਲਾ ਸੂਰਮਾ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਮੀਨਸ ਰੱਬ ਕਹਿ ਰਿਹਾ ਹੈ। ਵਾਹ ਵਾਹ ਬਾਣੀ ਨਿਰੰਕਾਰ ਕਹਿ ਰਿਹਾ ਹੈ। ਪ੍ਰੇਮਿਓ ਕੀ ਕਹਿ ਰਿਹਾ ਹੈ? ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ। ਅਤ ਬਲਨਾ, ਬਲ ਮੈਨੇ ਤਾਕਤ, ਤੇਰੇ ਚ ਬਹੁਤ ਜ਼ਿਆਦਾ ਤਾਕਤ ਹੈ। ਤੁਸੀਂ ਕਹੋਗੇ ਜੀ ਮੋਹ ਚ ਕਾਦੀ ਤਾਕਤ ਹੈ? ਪ੍ਰੇਮਿਓ ਇਹਦੇ ਚ ਬੜੀ ਤਾਕਤ, ਇੱਕ ਜਜ਼ਬਾ ਹੈ, ਦਿਸਦਾ ਨਹੀਂ। ਕਿਸੇ ਦਾ ਪੋਸਟਮਾਰਟਮ ਕਰਕੇ ਵਿੱਚੋਂ ਕੱਢੀਏ ਵੀ ਮੋਹ ਕਿਸ ਤਰ੍ਹਾਂ ਦਾ ਹੁੰਦਾ ਹੈ, ਉਹਦਾ ਰੰਗ ਕੀ ਹੈ, ਚੜਾਈ ਕਿੰਨੀ ਹੈ, ਲੰਬਾਈ ਕਿੰਨੀ ਹੈ, ਮੋਟਾਈ ਕਿੰਨੀ ਹੈ, ਵਜ਼ਨ ਕਿੰਨਾ ਹੈ, ਕੁਛ ਵੀ ਨਹੀਂ, ਪਰ ਜਜ਼ਬਾ ਹੈ ਅੰਦਰ। ਉਹ ਜਿਹੜਾ ਮੋਹ ਦਾ ਜਜ਼ਬਾ ਹੈ ਨਾ, ਉਹ ਸਾਰੀ ਉਮਰ ਸਾਨੂੰ ਭਜਾਈ ਫਿਰਦਾ ਹੈ। ਔਰ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਬਹੁਤ ਹੀ ਤਾਕਤਵਰ ਯੋਧਾ ਹੈ। ਬੰਦਾ ਸਾਰੀ ਦੁਨੀਆ ਨੂੰ ਜਿੱਤ ਜਾਏ, ਮੋਹ ਦੇ ਸਾਹਮਣੇ ਉਹ ਵੀ ਘੁੱਟਨੇ ਟੇਕ ਦਿੰਦਾ ਹੈ। ਕਿਸ ਤਰ੍ਹਾਂ? ਖਿਮਾ ਕਰਨਾ, ਬਹੁਤ ਸਾਰੀਆਂ ਉਦਾਹਰਨਾਂ ਨੇ, ਪਰ ਮੈਂ ਕੁਝ ਕੁ ਮੋਹ ਦੇ ਸੰਬੰਧ ਚ ਉਦਾਹਰਨਾਂ ਤੁਹਾਨੂੰ ਇਤਿਹਾਸ ਮਿਥਿਹਾਸ ਚੋਂ ਦੱਸਣਾ। ਮਹਾਰਾਜ ਦਸ਼ਰਥ ਕੋਈ ਸਧਾਰਨ ਵਿਅਕਤੀ ਨਹੀਂ। ਇਹ ਗੱਲ ਵੱਖਰੀ ਹੈ ਵੀ ਅੱਜ ਇੱਕ ਇਸ ਤਰ੍ਹਾਂ ਦੀ ਹਵਾ ਚੱਲਦੀ ਹੈ ਵੀ ਆਪਣੇ ਪੈਗੰਬਰ ਨੂੰ, ਆਪਣੇ ਆਗੂਆਂ ਨੂੰ ਚੰਗਾ ਸਾਬਤ ਕਰਨ ਲਈ ਸਾਡੇ ਪ੍ਰਚਾਰਕ ਦੂਜਿਆਂ ਨੂੰ ਕਈ ਵਾਰ ਨਜ਼ਰਅੰਦਾਜ਼ ਕਰਦੇ ਨੇ ਜਾਂ ਅਪਸ਼ਬਦ ਵੀ ਨਹੀਂ ਬੋਲਣੇ ਚਾਹੀਦੇ। ਤੁਹਾਨੂੰ ਹੱਕ ਹੈ ਆਪਣੇ ਗੁਰੂਆਂ ਦੀ ਜਿੰਨੀ ਮਰਜ਼ੀ ਤਾਰੀਫ ਕਰੋ, ਪਰ ਤੁਹਾਨੂੰ ਹੱਕ ਨਹੀਂ ਕਿ ਦੂਜਿਆਂ ਦੇ ਅਵਤਾਰਾਂ, ਪੈਗੰਬਰਾਂ, ਦੇਵੀ ਦੇਵਤਿਆਂ ਦੀ ਤੁਸੀਂ ਨਿੰਦਾ ਕਰੋ। ਇਹ ਰਾਈਟ ਸਾਨੂੰ ਕਿਸੇ ਨੇ ਨਹੀਂ ਦਿੱਤੇ। ਮਹਾਰਾਜ ਦਸ਼ਰਥ ਜਿਨ੍ਹਾਂ ਦਾ ਬੜਾ ਪ੍ਰਤਾਪ ਹੈ, ਉਹ ਇੱਕ ਧਰਮੀ ਰਾਜਾ ਹੈ, ਸਧਾਰਨ ਰਾਜਾ ਨਹੀਂ। ਔਰ ਉਹਦੀ ਕੈਸੀ ਤਪੱਸਿਆ ਹੋਵੇਗੀ ਤੁਸੀਂ ਅਨੁਮਾਨ ਲਾਓ, ਜਿਹਦੇ ਘਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਨੇ ਪੁੱਤਰ ਬਣ ਕੇ ਜਨਮ ਲਿਆ। ਮੈਂ ਗੱਲ ਮੋਹ ਤੇ ਲਿਆਉਣੀ ਹੈ, ਜੋ ਵਿਸ਼ਾ ਜਾਂ ਟੌਪਿਕ ਹੈ ਉਹਨੂੰ ਚੇਤੇ 'ਚ ਰੱਖਿਓ। ਸ਼ਬਦ ਸਾਡਾ ਸਾਰਾ ਮੋਹ ਵਾਲੇ ਘੁੰਮਦਾ ਹੈ ਔਰ ਉਹਨੂੰ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਐਕਸਪਲੇਨ ਕਰਨ ਲੱਗਾ। ਤੋ ਕਹਾਣੀ ਤੁਸੀਂ ਬੜੀ ਵਾਰ ਸੁਣੀ ਹੈ ਵੀ ਆਪਣੀ ਸਭ ਤੋਂ ਛੋਟੀ ਰਾਣੀ ਨੂੰ ਕਿਸੇ ਵੇਲੇ ਉਹ ਕੋਈ ਬਚਨ ਦੇ ਬੈਠੇ ਸਨ ਵੀ ਇਸ ਯੁੱਧ ਵਿੱਚ ਜਿਸ ਪ੍ਰਕਾਰ ਤੂੰ ਇਸਤਰੀ ਹੋਣ ਦੇ ਬਾਵਜੂਦ ਮਦਦ ਕੀਤੀ ਹੈ, ਔਰ ਭਾਵੇਂ ਤੂੰ ਮੇਰੀ ਧਰਮ ਪਤਨੀ ਹੈ, ਤੇਰਾ ਫਰਜ਼ ਸੀ ਮੇਰੀ ਮਦਦ ਕਰਨਾ, ਫਿਰ ਵੀ ਮੈਂ ਤੇਰੇ ਤੇ ਪ੍ਰਸੰਨ ਹਾਂ, ਕੁਝ ਮੰਗ, ਤੂੰ ਜੋ ਕਵੇਂਗੀ ਮੈਂ ਤੈਨੂੰ ਉਹ ਦਿਆਂਗਾ ਜਿਤਨੀ ਮੇਰੀ ਸਮਰੱਥਾ ਹੈ। ਉਹ ਬੀਬਾ ਜਿਹੜੀ ਮਹਾਰਾਜ ਦਸ਼ਰਥ ਦੀ ਸਭ ਤੋਂ ਛੋਟੀ ਰਾਣੀ ਸੀ, ਨਾ ਸਿਰਫ ਆਪਣੇ ਵਕਤ ਦੀ ਬਹੁਤ ਖੂਬ ਸ਼ਕਲ ਔਰਤ ਸੀ, ਬਲਕਿ ਬਹੁਤ ਸ਼ਾਰਪ ਮਾਈਂਡ ਵੀ ਸੀ, ਬੜੀ ਕਲੇਵਰ ਵੀ ਸੀ, ਤੇਜ ਵੀ ਬਹੁਤ ਸੀ, ਕੱਲੀ ਸੁੰਦਰ ਨਹੀਂ ਸੀ, ਦੂਰ ਅੰਦੇਸ਼ ਵੀ ਸੀ। ਅਸਲ ਵਿੱਚ ਉਹਦੀ ਟਿਕ ਟਿਕੀ ਰਾਜ ਗੱਦੀ ਤੇ ਸੀ ਵੀ ਮਹਾਰਾਜ ਦਸ਼ਰਥ ਤੋਂ ਬਾਅਦ
ਤਿੰਨਾਂ ਰਾਣੀਆਂ ਦੇ ਪੁੱਤਰ ਨੇ ਔਰ ਰਵਾਇਤ ਅਨੁਸਾਰ ਸਭ ਤੋਂ ਵੱਡਾ ਪੁੱਤਰ ਜਿਹੜਾ ਹੈ ਰਾਮਚੰਦਰ ਉਹ ਤਖਤ ਤੇ ਬੈਠੇਗਾ। ਬਿਠਾਣਾ ਉਹ ਆਪਣੇ ਪੁੱਤਰ ਭਰਤ ਨੂੰ ਚਾਹੁੰਦੀ ਸੀ। ਮੈਂ ਮੋਹ ਦੀ ਗੱਲ ਕਰ ਰਿਹਾ। ਰਾਣੀ ਕੈਕਈ ਤੋਂ ਵੀ ਤੇ ਮੋਹ ਹੀ ਇਹ ਸਭ ਕੁਝ ਕਰਵਾ ਰਿਹਾ ਨਾ। ਪੁੱਤਰ ਤੇ ਰਾਮਚੰਦਰ ਵੀ ਸੀ, ਉਹ ਤੇ ਭਰਤ ਨਾਲੋਂ ਵੀ ਜ਼ਿਆਦਾ ਮਾਨ ਕਰਦਾ ਸੀ। ਔਰ ਜਿਸ ਵਕਤ ਆਇਆ ਰਾਜ ਤਿਲਕ ਦਾ, ਉਹਨੇ ਫਿਰ ਚੇਤਾ ਕਰਾਇਆ ਬਚਨ ਵੀ ਮਹਾਰਾਜ ਦਸ਼ਰਥ, ਤੁਹਾਡੀ ਕੁੱਲ ਵਿੱਚ ਤੇ ਇੱਕ ਰਵਾਇਤ ਹੈ ਵੀ ਰਘੂ ਕੁੱਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਹੁਣ ਵਚਨ ਚੇਤਾ ਕਰੋ। ਉਹਨੇ ਆਖਿਆ ਮੈਨੂੰ ਚੇਤਾ ਹੈ, ਮੰਗ। ਸਿਰ ਵੀ ਲਾ ਕੇ ਧਰਨਾ ਪਿਆ ਤੇ ਧਰ ਦਿਆਂਗਾ, ਇੱਕ ਛਤਰੀ ਦਾ ਵਚਨ ਹੈ। ਆਖਣ ਲੱਗੀ ਫਿਰ ਸੁਣ ਮੇਰੀ ਮੰਗ, ਰਾਜ ਤਿਲਕ ਮੇਰੇ ਪੁੱਤਰ ਭਰਤ ਦਾ ਹੋਵੇਗਾ ਔਰ ਨਾ ਸਿਰਫ ਰਾਜ ਤਿਲਕ ਤੋਂ ਰਾਮਚੰਦਰ ਨੂੰ ਵਾਂਝਿਆ ਰੱਖਿਆ ਜਾਵੇਗਾ, ਬਲਕਿ ਇਹਦੇ ਨਾਲ ਤੁਸੀਂ ਉਹਨਾਂ ਨੂੰ 14 ਸਾਲ ਦਾ ਬਨਵਾਸ ਜਿਹੜਾ ਹੈ ਉਹਦਾ ਵੀ ਹੁਕਮ ਸੁਣਾਓਗੇ। ਸੁਣਾ ਦਿੱਤਾ। ਮੈਂ ਗੱਲ ਨੂੰ ਲੰਬੀ ਨਾ ਕਰਾਂ, ਮੁਕਸਰ ਕਰਾਂ, ਕਿਉਂਕਿ ਮੋਹ ਦਾ ਸਾਡਾ ਟੌਪਿਕ ਹੈ। ਮੈਂ ਮੋਹ ਤੇ ਬੋਲ ਰਿਹਾ। ਤਾਂ ਕਹਿੰਦੇ ਨੇ ਸੀਨੇ ਤੇ ਪੱਥਰ ਰੱਖ ਕੇ ਮਹਾਰਾਜ ਦਸ਼ਰਥ ਨੇ ਇਹ ਹੁਕਮ ਦਿੱਤਾ। ਚਾਈ ਚਾਈ ਪੁੱਤਰ ਰਾਮਚੰਦਰ ਨੇ ਮੰਨਿਆ, ਨਾਲ ਸੀਤਾ ਜੀ ਵੀ ਜਾਣ ਲਈ ਤਿਆਰ ਹੋ ਗਏ, ਲక్ష్మణ ਵੀ ਜਾਣ ਲਈ ਤਿਆਰ ਹੋ ਗਿਆ ਔਰ ਭਰਤ ਦੀ ਤਿਲਕ ਅਭਿਸ਼ੇਕ ਦੀ ਤਿਆਰੀ ਹੋ ਗਈ। ਹੁਣ ਜਿਸ ਵੇਲੇ ਵਿਦਾ ਕਰਨਾ ਸੀ, ਪਿਓ ਨੂੰ ਹੀਆ ਨਾ ਪਵੇ, ਕੋਠੇ ਤੇ ਅਟਾਰੀ ਤੇ ਚੜ ਗਿਆ। ਕਥਾ ਕਹਿੰਦੀ ਏ ਬਈ ਰਾਮਚੰਦਰ ਆਪਣੀ ਭਾਰਜਾ ਤੇ ਭਰਾ ਨਾਲ ਤੁਰਦਾ ਗਿਆ। ਜਦੋਂ ਤੱਕ ਮਹਾਰਾਜ ਦਸ਼ਰਥ ਨੂੰ ਦਿਸਦੇ ਰਹੇ ਉਦੋਂ ਤੱਕ ਖੜਾ ਰਿਹਾ। ਜਦੋਂ ਅੱਖਾਂ ਤੋਂ ਓਝਲ ਹੋਣ ਲੱਗੇ, ਉਹਨੇ ਅਟਾਰੀ ਤੋਂ ਡਿੱਗ ਕੇ ਆਪਣੇ ਪ੍ਰਾਣ ਦੇ ਦਿੱਤੇ। ਇਹ ਪ੍ਰਾਣ ਮੋਹ ਨੇ ਲੈ ਲਏ। ਮੋਹ ਅੰਦਰੋਂ ਜਜ਼ਬਾ ਕਰਵਟ ਬਦਲਦਾ ਸੀ, ਆਂਦਰਾਂ ਨੂੰ ਧਰੂ ਪੈਂਦੀ ਸੀ। ਇਹ ਮੇਥੋਂ ਬੜਾ ਅਨਰਥ ਹੋ ਗਿਆ। ਇਸ ਵਾਸਤੇ ਸਿਆਣੇ ਕਹਿੰਦੇ ਨੇ ਵੀ ਇੱਕ ਤੇ ਪ੍ਰਤਿੱਗਿਆ ਕਰਨ ਲੱਗੇ ਬਹੁਤ ਸੋਚੋ। ਮੈਂ 8 ਦਿਨਾਂ ਦੇ ਅੰਦਰ ਅੰਦਰ ਤੇਰੇ ਨਾਲ ਅੰਜ ਨਾ ਕੀਤਾ ਤੇ ਮੈਨੂੰ ਫਲਾਣਾ ਸਿੰਘ ਨਾ, ਕੀ ਲੋੜ ਹੈ ਕਹਿਣ ਦੀ? ਤੂੰ ਕਰ ਲੈ ਜੋ ਕਰਨਾ। ਚੈਲੰਜ ਕਰਨ ਦੀ ਕੀ ਲੋੜ ਹੈ? ਪ੍ਰਤਿੱਗਿਆ ਕਦੀ ਨਾ ਕਰੋ। ਜਦੋਂ ਅਸੀਂ ਪ੍ਰਤਿੱਗਿਆ ਕਰ ਲੈਂਦੇ ਆ, ਬੜੇ ਕਸੂਤੇ ਫਸ ਜਾਂਦੇ ਆ। ਕਰੋ ਜੋ ਕਰਨਾ ਹੈ, ਚੈਲੰਜ ਕਰਨ ਦੀ ਕੀ ਲੋੜ ਹੈ? ਬਚਨ ਕਈ ਵਾਰ ਅਸੀਂ ਦੇ ਦਿੰਦੇ ਆ, ਉਥੇ ਵੀ ਥੋੜੀ ਜੀ ਗੁੰਜਾਇਸ਼ ਰੱਖ ਲਈਏ। ਭਾਈ ਸਮਰੱਥਾ ਹੋਈ ਤੇ ਜ਼ਰੂਰ ਤੇਰੀ ਗੱਲ ਮੰਨਾਂਗਾ, ਪਰ ਜੇ ਮੇਰੀ ਸਮਰੱਥਾ ਤੋਂ ਬਾਹਰ ਹੋਈ ਤੇ ਫਿਰ ਥੋੜਾ ਔਖਾ ਹੈ। ਉਚਿਤ ਗੱਲ ਹੋਈ ਤੇ ਮੰਨਾਂਗਾ, ਅਨਉਚਿਤ ਹੋਈ ਤੇ ਬਿਲਕੁਲ ਨਹੀਂ ਮੰਨਾਂਗਾ। ਪਰ ਮਹਾਰਾਜ ਦਸ਼ਰਥ ਬਚਨ ਦੇ ਬੈਠੇ ਸਨ। ਹੁਣ ਮਹਾਰਾਜ ਦਸ਼ਰਥ ਦੀ ਮੌਤ ਦਾ ਕਾਰਨ ਕੌਣ ਬਣਦਾ ਪ੍ਰੇਮੀਓ? ਕੀ ਉਹਨਾਂ ਦਾ ਕਿਸੇ ਨੇ ਮਰਡਰ ਕੀਤਾ? ਕੀ ਉਹਨਾਂ ਨੂੰ ਕਿਸੇ ਨੇ ਮਜਬੂਰ ਕੀਤਾ? ਹਾਂ, ਉਹਨਾਂ ਦੇ ਅੰਦਰ ਇੱਕ ਸੂਰਮਾ ਸੀ, ਜਿਹੜਾ ਨਾ ਜਿੱਤਿਆ ਜਾਣ ਵਾਲਾ ਸੂਰਮਾ, ਜਿਹੜੇ ਮਹਾਰਾਜ ਦਸ਼ਰਥ ਮੈਦਾਨੇ ਜੰਗ 'ਚ ਲਾਸ਼ਾਂ ਦੇ ਢੇਰ ਲਗਾ ਦਿੰਦੇ ਸਨ। ਅੱਜ ਮੋਹ ਨੇ ਬਿਨਾਂ ਹਥਿਆਰਾਂ ਤੋਂ ਉਹਨੂੰ ਅਟਾਰੀ ਤੋਂ ਮੁੱਧੜੇ ਮੂੰਹ ਸੁੱਟਿਆ ਤੇ ਸਿਰ ਇੰਜ ਫਿਸ ਗਿਆ ਜਿਵੇਂ ਉੱਚੇ ਥਾਂ ਤੋਂ ਹਦਵਾਣਾ ਜ਼ਮੀਨ ਤੇ ਸੁੱਟੀਏ ਤੇ ਫਿਸ ਜਾਂਦਾ। ਮੋਹ ਇੰਨਾ ਤਗੜਾ ਜਜ਼ਬਾ ਹੈ ਮਨੁੱਖ ਦੇ ਅੰਦਰ। ਮਨੋ ਇਸ ਤਰ੍ਹਾਂ ਦਾ ਸਾਡੇ ਤੇ ਮੋਹ ਇਸ ਤਰ੍ਹਾਂ ਦਾ ਗਲਬਾ ਪਾਉਂਦਾ ਹੈ। ਤੁਸੀਂ ਬਹੁਤ ਹੀ ਵੱਡੇ ਸੂਰਮੇ, ਜਿਨੇ ਕੌਰਵਾਂ ਤੇ ਪਾਂਡਵਾਂ ਨੂੰ ਸ਼ਸਤਰ ਵਿਦਿਆ ਸਿਖਾਈ ਹੈ, ਆਚਾਰੀਆ ਦ੍ਰੋਣ, ਉਹਨਾਂ ਨੂੰ ਆਮ ਤੌਰ ਤੇ ਦ੍ਰੋਣਾਚਾਰੀਆ ਕਹਿੰਦੇ ਨੇ। ਅਸਲ 'ਚ ਦ੍ਰੋਣ ਨਾਂ ਹੈ ਤੇ ਆਚਾਰੀਆ ਇਕੱਠਾ ਫਲੋ ਵਿੱਚ ਬੋਲਣ ਕਰਕੇ ਦ੍ਰੋਣਾਚਾਰੀਆ ਬਣ ਜਾਂਦਾ ਹੈ। ਆਚਾਰੀਆ ਦ੍ਰੋਣ, ਆਚਾਰੀਆ ਮੀਨਸ ਗੁਰੂ, ਇੰਸਟ੍ਰਕਟਰ, ਉਸਤਾਦ। ਕਿਉਂਕਿ ਸਾਡੇ ਗੁਆਂਢੀ ਧਰਮ 'ਚ, ਹਿੰਦੂ ਧਰਮ 'ਚ ਆਮ ਤੌਰ ਤੇ ਨਾ ਉਸਤਾਦ ਨੂੰ ਵੀ ਗੁਰੂ ਕਹਿ ਦਿੰਦੇ ਨੇ। ਆ ਕਈ ਵਾਰ ਪੰਜਾਬੋਂ ਬਾਹਰ ਗੁਰਪੁਰਬਾਂ ਤੇ ਜਾਈਦਾ ਨਾ, ਤੇ ਉਹ ਕਈ ਵਾਰ ਉੱਥੋਂ ਦੇ ਲੋਕਲ ਲੋਕਾਂ ਦੀ ਸੇਵਾ ਲਾ ਦਿੰਦੇ ਨੇ ਵੀ ਤੁਸੀਂ ਕਥਾਵਾਚਕ ਨੂੰ ਲੰਗਰ ਛਕਾਣਾ ਹੈ, ਚਾਹ ਛਕਾਣੀ ਹੈ। ਉਹ ਗੁਰੂ ਜੀ ਕਹਿ ਕੇ ਬੁਲਾਣਗੇ। ਤੋ ਇੱਕ ਪਰੰਪਰਾ ਹੈ। ਉਸਤਾਦ ਨੂੰ, ਇੰਸਟ੍ਰਕਟਰ ਨੂੰ ਵੀ ਮਾਨ ਇਸ ਤਰ੍ਹਾਂ ਦਾ ਗੁਰੂਵਤ। ਆਚਾਰੀਆ ਗੁਰੂ ਦ੍ਰੋਣ, ਕੌਰਵਾਂ ਤੇ ਪਾਂਡਵਾਂ ਨੂੰ ਸ਼ਸਤਰ ਵਿਦਿਆ ਸਿਖਾਉਣ ਵਾਲਾ, ਅਕਲਵਯ ਦਾ ਅੰਗੂਠਾ ਲੈਣ ਵਾਲਾ। ਮੈਦਾਨੇ ਜੰਗ ਵਿੱਚ, ਕੁਰੂਕਸ਼ੇਤਰ ਵਿੱਚ ਇਹ ਆਚਾਰੀਆ ਦ੍ਰੋਣ ਵੀ ਨਾ ਕੌਰਵਾਂ ਦੇ ਹੱਥੋਂ ਮਾਰਿਆ ਗਿਆ, ਨਾ ਪਾਂਡਵਾਂ ਦੇ ਹੱਥੋਂ ਮਾਰਿਆ ਗਿਆ। ਇਹ ਵੀ ਮੋਹ ਦੇ ਹੱਥੋਂ ਹੀ ਮਾਰਿਆ ਗਿਆ। ਜਦੋਂ ਇਹਨੇ ਪ੍ਰਣ ਕੀਤਾ, ਪ੍ਰਣ ਦੇ ਪਿੱਛੇ ਆਚਾਰ ਦੁਰਯੋਧਨ ਦੀ ਬੋਲੀ ਸੀ ਵੀ ਤੁਸੀਂ ਤੇ
ਅੰਦਰੋਂ ਹਿੱਤ ਪਾਂਡਵਾਂ ਦਾ ਕਰਦੇ ਹੋ, ਉੱਪਰੋਂ ਉੱਪਰੋਂ ਸਾਡੇ ਵੱਲੋਂ ਲੜਦੇ ਹੋ। ਮੈਂ ਕਿੱਥੋਂ ਜਿੱਤਣਾ ਹੈ? ਜਿਹਦਾ ਸੈਨਾਪਤੀ ਅੰਦਰੋਂ ਹਾਰ ਜਾਏ ਤਾਂ ਉਧਰ ਰੋਹ ਵਿੱਚ ਆ ਕੇ ਆਚਾਰੀਆ ਦਰੋਣ ਨੇ ਪ੍ਰਣ ਕਰ ਲਿਆ ਵੀ ਜਾਂ ਫਿਰ ਮੈਂ ਰੋਜ਼ ਪਾਂਡਵਾਂ ਦੇ 10,000 ਸੈਨਿਕ ਮਾਰਿਆ ਕਰਾਂਗਾ। ਔਰ ਰੋਜ਼ ਮਾਰਦਾ ਸੀ। ਅੱਜ ਵੀ ਮਰ ਗਏ, ਕੱਲ ਵੀ ਮਰ ਗਏ, 4 ਦਿਨ 5 ਦਿਨ 10 ਦਿਨ ਲੰਘ ਗਏ। ਹੁਣ ਰਾਤ ਨੂੰ ਵਿਹਲੇ ਹੋ ਕੇ ਪਾਂਡਵਾਂ ਨੇ ਵਾਸੁਦੇਵ ਕਿਸ਼ਨ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਸੱਦੀ ਵੀ ਇਹ ਤੇ ਸੌਦਾ ਕੁਝ ਦਿਨਾਂ ਦਾ ਰਹਿ ਗਿਆ, ਰੋਜ਼ 10,000 ਲੋਕਾਂ ਨੂੰ ਮਾਰਦਾ, ਕਿਵੇਂ ਕੰਮ ਚੱਲੇਗਾ? ਤਾਂ ਵਾਸੁਦੇਵ ਕਿਸ਼ਨ ਕਹਿਣ ਲੱਗਾ, ਅਰਜੁਨ ਜਦੋਂ ਤੁਸੀਂ ਆਚਾਰੀਆ ਦਰੋਣ ਦੇ ਅੱਗੇ ਆ ਜਾਂਦੇ ਹੋ ਨਾ, ਉਸ ਵੇਲੇ ਤੁਹਾਡੇ ਮਨ 'ਚ ਉਹ ਪੁਰਾਣੀ ਤਸਵੀਰ ਆ ਜਾਂਦੀ ਹੈ ਜਦੋਂ ਤੁਹਾਨੂੰ ਉਹ ਚਿੱਲੇ ਦੇ ਉੱਤੇ ਤੀਰ ਰੱਖ ਕੇ ਚਲਾਣਾ ਸਿਖਾ ਰਿਹਾ ਹੈ, ਤੇਗ ਚਲਾਣੀ ਸਿਖਾ ਰਿਹਾ ਹੈ, ਗੁਰਜ ਚਲਾਣੀ ਸਿਖਾ ਰਿਹਾ ਹੈ। ਉਦੋਂ ਤੁਸੀਂ ਢੇਲੇ ਹੋ ਜਾਂਦੇ ਹੋ ਵੀ ਸਾਡਾ ਉਸਤਾਦ ਹੈ, ਸਾਡਾ ਗੁਰੂ ਹੈ। ਤੁਹਾਡੇ ਅੰਦਰ ਫਿਰ ਉਹ ਜੋਸ਼ ਨਹੀਂ ਰਹਿੰਦਾ। ਇਹ ਮੈਦਾਨੇ ਜੰਗ ਹੈ, ਕਰਮ ਭੂਮੀ ਹੈ, ਇੱਥੇ ਲਿਹਾਜ਼ ਨਾ ਕਰੋ ਕਿਸੇ ਦਾ। ਹੁਣ ਜਦੋਂ ਮੈਦਾਨੇ ਜੰਗ ਵਿੱਚ ਆ ਕੇ ਸਾਹਮਣੇ ਕੋਈ ਖੜਾ ਹੋ ਗਿਆ, ਭਾਵੇਂ ਉਸਤਾਦ ਹੈ, ਭਾਵੇਂ ਚੇਲਾ ਹੈ, ਭਾਵੇਂ ਪਿਤਾ ਹੈ, ਭਾਵੇਂ ਚਾਚਾ ਹੈ, ਤਾਇਆ ਹੈ, ਮਾਮਾ ਮਾਸੜ ਹੈ, ਹੁਣ ਫਿਰ ਕੀ ਵੇਖਣਾ ਹੈ? ਇੱਕ ਤੇ ਗੱਲ ਇਹ ਹੈ। ਦੂਸਰੀ ਗੱਲ ਇਹ ਹੈ ਵੀ ਹੁਣ ਇਹ ਅਨੁਮਾਨ ਲਾਓ ਵੀ ਇਸ ਵੇਲੇ ਆਚਾਰੀਆ ਦਰੋਣ ਨੂੰ ਮਾਰਨਾ ਬਹੁਤ ਜ਼ਰੂਰੀ ਹੈ। ਕੌਣ ਮਾਰੇਗਾ ਉਹਨੂੰ? ਪਾਂਡਵ ਕਹਿਣ ਲੱਗੇ, ਵਾਸੁਦੇਵ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਆਚਾਰੀਆ ਦਰੋਣ ਨੂੰ ਸਾਡੇ ਵਿੱਚੋਂ ਕੋਈ ਵੀ ਨਹੀਂ ਮਾਰ ਸਕਦਾ। ਬੇਸ਼ੱਕ ਅਸੀਂ ਕਹਿ ਦਿੰਦੇ ਆ ਵੀ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ, ਛੜੱਪ ਹੁੰਦਾ ਹੈ ਕਦੀ ਕਦੀ, ਪਰ ਅਸਲ ਵਿੱਚ ਨਾ ਸਾਰੇ ਗੁਰ ਬਿੱਲੀ ਸ਼ੇਰ ਨੂੰ ਦੱਸ ਦਿੰਦੀ ਹੈ, ਪਰ ਕੁਝ ਨਾ ਕੁਝ ਕੋਲ ਵੀ ਰੱਖ ਲੈਂਦੀ ਹੈ। ਕੱਲ ਨੂੰ ਮੇਰੀ ਤਾਂ ਉਹਨੂੰ ਨਾ ਹੱਥ ਪਾ ਲੈ। ਉਸਤਾਦ ਤੇ ਉਸਤਾਦ ਹੀ ਹੁੰਦਾ ਹੈ ਨਾ ਜੀ, ਮੇਰਾ ਇਹ ਮੰਨਣਾ ਹੈ। ਐਕਸਪੀਰੀਅੰਸ, ਅਨੁਭਵ, ਤਜਰਬਾ ਰੱਬ ਦਾ ਦੂਜਾ ਨਾਂ ਹੈ। ਇਹਦਾ ਕੋਈ ਮੁਕਾਬਲਾ ਨਹੀਂਗਾ, ਪੁਸਤਕਾਂ ਚੋਂ ਨਹੀਂ ਮਿਲਦਾ। ਇਹ ਗਰਮੀ ਸਰਦੀ, ਮਾਨ ਅਪਮਾਨ, ਦੁੱਖ ਸੁੱਖ, ਰਿਜ਼ਕ ਭੁੱਖ, ਬਹੁਤ ਕੁਛ ਝੱਲ ਕੇ ਉਠਾਲੀ ਵਿੱਚੋਂ ਨਿਕਲ ਕੇ ਬੰਦਾ ਕੁੰਦਨ ਵਾਂਗ ਹੋ ਕੇ ਬਾਹਰ ਨਿਕਲਦਾ। ਇੱਕ ਸਹੀ ਖੇਡ ਨਹੀਂ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਮੈਂ ਮੁਕਤਸਰ ਅਰਜ਼ ਕਰਾਂ, ਆਚਾਰੀਆ ਦਰੋਣ ਨੂੰ ਕੋਈ ਨਹੀਂ ਸਾਡੇ ਚੋਂ ਮਾਰ ਸਕਦਾ। ਮੀਟਿੰਗ ਹੋ ਰਹੀ ਹੈ, ਮਿਸਾਲਾਂ ਜਗ ਰਹੀਆਂ ਨੇ, ਤੰਬੂ ਲੱਗੇ ਹੋਏ ਨੇ, ਬੈਠੇ ਹੋਏ ਨੇ, ਕੋਈ ਸ਼ੱਕ ਛਕਾ ਰਹੇ ਨੇ। ਔਰ ਉਹ ਖਚਰਾ ਜਿਹਾ ਹਾਸਾ ਸ਼੍ਰੀ ਕ੍ਰਿਸ਼ਨ ਦਾ, ਖਚਰਾ ਜਿਹਾ ਹਾਸਾ, ਔਰ ਹੱਸ ਕੇ ਕਹਿੰਦੇ ਨੇ ਵੀ ਇੱਕ ਸੂਰਮਾ ਹੈ, ਉਹਦਾ ਨਾਮ ਹੀ ਮੈਨੂੰ ਪਤਾ ਹੈ ਤੇ ਉਹਦਾ ਮੇਰੇ ਕੋਲ ਐਡਰੈਸ ਵੀ ਹੈ। ਜੇ ਤੁਸੀਂ ਉਹਨੂੰ ਵੰਗਾਰ ਲਓ ਨਾ, ਉਹ ਤੁਹਾਡਾ ਕੰਮ ਕਰ ਸਕਦਾ। ਉਹ ਆਚਾਰੀਆ ਦਰੋਣ ਨੂੰ ਵੀ ਮਾਰ ਦੇਗਾ। ਸਾਰੇ ਪਾਂਡਵਾਂ ਦੀਆਂ ਅੱਖਾਂ 'ਚ ਚਮਕ ਆ ਜਾਂਦੀ, ਆਸ ਦੀ ਕਿਰਨ ਜਾਗ ਜਾਂਦੀ। ਕਹਿੰਦੇ ਨੇ ਕੌਣ? ਤੇ ਵਾਸੁਦੇਵ ਕਿਸ਼ਨ ਕਹਿੰਦੇ ਨੇ ਮੋਹ। ਉਹ ਇੱਕਦਮ ਫਿਰ ਢੇਲੇ ਹੋ ਜਾਂਦੇ ਨੇ। ਵਾਸੁਦੇਵ ਕਿਵੇਂ ਦੀਆਂ ਗੱਲਾਂ ਕਰਦੇ ਹੋ? ਮੋਹ ਕੋਈ ਤੀਰ ਕਮਾਨ ਪਕੜ ਕੇ ਮੈਦਾਨ 'ਚ ਆ ਕੇ ਲੜੇਗਾ? ਉਹ ਕਹਿਣ ਲੱਗੇ ਲੜੇਗਾ। ਕਾਲੇ ਨਾ ਪਵੋ, ਮੇਰੀ ਗੱਲ ਧਿਆਨ ਨਾਲ ਸੁਣੋ। ਉਹ ਲੜੇਗਾ। ਮਹਾਰਾਜ ਕਿਵੇਂ ਲੜੇਗਾ? ਉਹ ਕਹਿਣ ਲੱਗੇ ਤੁਹਾਨੂੰ ਪਤਾ ਹੈ ਵੀ ਆਚਾਰੀਆ ਦਰੋਣ ਬਹੁਤ ਵੱਡਾ ਯੋਧਾ ਹੈ, ਉਹਨੂੰ ਕਾਮ ਨਹੀਂ ਜਿੱਤ ਸਕਦਾ, ਉਹ ਲੋਭੀ ਵੀ ਨਹੀਂਗਾ, ਉਹ ਹੰਕਾਰੀ ਵੀ ਨਹੀਂਗਾ, ਪਰ ਇੱਕ ਐਬ ਉਹਦੇ 'ਚ ਵੀ ਹੈ। ਕਹਿਣ ਲੱਗੇ ਕਿਹੜਾ? ਆਖਣ ਲੱਗੇ ਪੁੱਤਰ ਮੋਹ ਬਹੁਤ ਜ਼ਿਆਦਾ ਉਹਦੇ 'ਚ। ਅਸਵਥਾਮਾ ਨਾਂ ਦਾ ਉਹਦਾ ਪੁੱਤਰ ਸੀ। ਪੁੱਤਰ ਮੋਹ ਬਹੁਤ ਜ਼ਿਆਦਾ ਹੈ। ਬੱਚਿਆਂ ਦੀ ਪਰਵਰਿਸ਼ ਦੀ ਡਿਊਟੀ, ਜ਼ਿੰਮੇਵਾਰੀਆਂ ਨਿਭਾਉਣ ਤੱਕ ਤੇ ਠੀਕ ਹੈ। ਜਿਹਨੂੰ ਅਸੀਂ ਜਿੰਨਾ ਜ਼ਿਆਦਾ ਮੋਹ ਕਰਨੇ ਆ, ਉਹ ਫਿਰ ਓਨੀ ਹੀ ਜ਼ਿਆਦਾ ਸਾਨੂੰ ਤਕਲੀਫ ਵੀ ਦਿੰਦਾ ਹੈ। ਇਹ ਵੀ ਮੈਂ ਬੇਨਤੀ ਕਰਦੇ ਹਾਂ। ਵੇਖਣ ਵਿੱਚ ਤੇ ਇਹ ਆਇਆ ਹੈ, ਜਿਹਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਨੇ ਆ ਨਾ, ਉਹ ਹੋਰ ਕਿਸੇ ਨੂੰ ਪਿਆਰ ਕਰਦਾ ਹੁੰਦਾ। 90% ਕੇਸ ਇਸ ਤਰ੍ਹਾਂ ਦੇ ਨੇ ਵੀ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਹੋਰ ਕਿਸੇ ਨੂੰ ਕਰਦਾ ਹੈ, ਤੇ ਜਿਹਨੂੰ ਉਹ ਕਰਦਾ ਉਹ ਅੱਗੋਂ ਹੋਰ ਕਿਸੇ ਨੂੰ ਕਰਦਾ ਹੈ। ਬਹੁਤ ਵਿਰਲੇ ਭਾਗਾਂ ਵਾਲੇ ਹੁੰਦੇ ਨੇ ਵੀ ਪਿਓ ਪੁੱਤਰ ਨੂੰ ਬਹੁਤ ਪਿਆਰ ਕਰੇ ਤੇ ਪੁੱਤਰ ਵੀ ਪਿਓ ਦਾ ਉਨਾ ਹੀ ਮਾਣ ਕਰੇ। ਬਹੁਤ ਘੱਟ ਕੇਸ ਹੁੰਦੇ ਨੇ। ਇਹ ਵੀ ਮਰਜ਼ ਕਰਦੇ। ਮੋਹ ਕਿਵੇਂ ਮਾਰੇਗਾ? ਆਖਣ ਲੱਗੇ ਉਹਦੇ ਵਿੱਚ ਪੁੱਤਰ ਮੋਹ ਬੜਾ ਹੈ। ਤੁਸੀਂ ਕੀ ਕਰਨਾ ਵੀ ਮੈਦਾਨੇ ਜੰਗ ਵਿੱਚ ਜਦੋਂ ਆਚਾਰੀਆ ਦਰੋਣ ਨੂੰ ਘੇਰ ਲੈਣਾ ਹੈ, ਇਹਨਾਂ ਕੁ ਤੇ ਤੁਸੀਂ ਕਰ ਸਕਦੇ ਹੋ। ਉਸ ਵੇਲੇ ਤੁਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਜਿਹਦੇ ਨਾਲ ਉਹਨੂੰ ਇਹ ਪਤਾ ਲੱਗੇ ਵੀ ਮੈਦਾਨੇ ਜੰਗ ਵਿੱਚ ਦੂਜੇ ਪਾਸੇ ਲੜਦਿਆਂ ਇਹਦਾ ਪੁੱਤਰ ਮਾਰਿਆ ਗਿਆ। ਔਰ ਜਦੋਂ ਪੁੱਤਰ ਦੇ ਮਰਨ ਦੀ ਖਬਰ ਸੁਣੇਗਾ ਨਾ, ਤੇ ਮੋਹ ਦੇ ਵਿੱਚ ਇੰਨਾ ਗਰਸਿਆ ਹੋਇਆ ਵੀ ਇਹਦੇ ਨੈਣ ਪ੍ਰੈਣ ਕੰਮ ਕਰਨਾ ਛੱਡ ਦੇਣਗੇ।
कहन लगे महाराज पर ये असी किवें कह सकने आ बिना मारे, बिना मतलब तो अश्वत्थामा नूं असी क्यों मारीए। तो वासुदेव किशन कहन लगे मारन की जरूरत नहीं, सिर्फ कहना है। तो कहन लगे भी साडे कहण नालों मन्नेगा। वो कहन लगे हाँ, एक जने की गल वो मनदा है जिन्हों धर्मपुत्र युधिष्ठिर कहते ने झूठ नहीं सी बोलता, जो मर्जी हो जाए, नफा होवे नुकसान होवे, झूठ नहीं सी बोलता। युधिष्ठिर कवे ते आचार्य द्रोण मन जाएगा। तो युधिष्ठिर कहने लगा भी मैं झूठ बोलना नहीं, जां ते मार दो अश्वत्थामा नूं, मैं कह देंगा अश्वत्थामा मर गया। वो कहने लगे ना अश्वत्थामा नूं मारना है, ना ही तू झूठ बोलना है। इस जंग च एक हाथी है, ਉਹਦਾ नाम ही अश्वत्थामा है, ਉਹਨੂੰ कुंचर कहते ने हिंदी में, संस्कृत में। ਉਹਨੇ एक सेंटेंस बनाया, वाक्या बनाया, जिहदा भाव सी बई अश्वत्थामा मर गया है हाथी। इस तरह ਉਹਦੀ लैंग्वेज सी, अश्वत्थामा मर गया है, लास्ट ਵਿੱਚ सी हाथी कुंचर। कह लगा भी हाथी नूं मार देने आ और तू कहीं भी अश्वत्थामा मर गया है हाथी। वो कह लगा हाथी मार दे और मैं कह देंगा अश्वत्थामा हाथी मर गया। कह लगे ठीक है, हाथी मार दिता गया। जदों आचार्य द्रोण सामने आया तो हुण ये सारा अपनी रहनुमाई थले वासुदेव कृष्ण करवा रहे सन। उन्हें इशारा किया युधिष्ठिर नूं भी कहो। कह लगे गुरुदेव अश्वत्थामा मर गया है। जदों हाथी कहा तो ढोल वजवा दिता। उस ढोल की आवाज च इन्ना ही सुनिया भी अश्वत्थामा मर गया, हाथी अलोप हो गया। तनुख रख दिता, पत्था रख दिता, सिर पकड़ लिया। कमाल ते उदों ही जदों रथ तो थले उतर के पैरां पार जमीन ते बह के इहों सिर पकड़ लिया। मोह ने अंदरों पूरे दिल दिमाग नूं इहदा शिकस्त कर लिया, काबू विच लै लिया, बेकल हो गया। उस वेले वासुदेव किशन ने इशारा किया भीम नूं भी चल हुण मौका है। और फिर निहत्थे आचार्य द्रोण दा सिर इहों हवा विच शमशीर लहरा के जदों कट्टिया भीम ने ते वो काफी दूर तक फुटबाल वांगू रेड़दा होया गया। मीटिंग विच पांडव कह रहे सन गुरुदेव आचार्य द्रोण नूं कोई नहीं मार सकता। वासुदेव किशन कहने लगे एक सूक्ष्म सूरमा है, जज्बा रूपी सूरमा मोह है, इनू ही मार सकता है। कल नूं गुरु गोबिंद सिंह दा गुरपुरब है, पर जदों ये मोह गुरु गोबिंद सिंह कोल गया ना, महाराज ने इस मोह के सिर विच भ्यों भ्यों के छेतर मारे, उथों ही हार के आया। तुसी बड़ी बार कथा सुनी है, साहब अजीत सिंह नूं अपने हत्थी मैदाने जंग च तोड़ते ने और फिर उत्थे बाकायदा साहब अजीत सिंह शहीद हुंदे ने। शहजादा जी जा ने भगदड़ थी मचा दी, शहजादा अजीत सिंह। जिवें भेडां दे इजड़ विच बब्बर शेर वड़ जाए तो हड़बड़ी मच जाती है, इस तरह जदों अजीत सिंह शमशीर लैके गए तो नेस्तों न। हुण कई बार इस तरह हुंदा है, प्रेमियों ध्यान दिया जी, बई गुरु गोबिंद सिंह दा सपुत्तर है तो लेखकां ने शरधा वस वधा चढ़ा के गल्लां लिख दित्तियां ने। और साहिबजादे अजीत सिंह ने की भगदड़ मचाणी सी। दो तीन गल्लां वल तुहाडा ध्यान दियां। जदों एक बसी पठाणा दा पठान एक ब्राह्मण देवीदास दी बेटी नूं जबरदस्ती चुक के लै गया सी, बड़ा जोखम भरिया काम सी। साडा राज नहीं सी, कोई डेमोक्रेसी नहीं सी। इस्लाम दा धारनी बंदा वैसे तुरिया जांदा ही दूजियां कौमां नाल धक्का करना अपना हक समझदा सी उन्हां जमानिਆਂ 'ਚ। ਇਹ भी मैं बेनती करदे हां। ਉਹਦੇ ਤੇ कोई FIR लॉन्च नहीं सी हुंदी। ਅਸੀਂ ਤੁਸੀਂ ਦੂਜੇ ਤੀਜੇ ਦਰਜੇ ਦੇ ਸ਼ਹਿਰੀ ਹੁੰਦੇ ਸਾਂ। ਗਊ ਬ੍ਰਾਹਮਣ ਕੋ ਕਰ ਲਾਵੋ। ਗਾਂ ਤੇ ਬਾਹਮਣ ਤੇ ਡਬਲ ਟੈਕਸ ਕੀਤਾ ਹੋਇਆ ਸੀ, ਭਾਈ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ, ਪੁਲ ਤੋਂ ਲੰਘਣਾ ਤੇ ਡਬਲ ਦਿਓ, ਨਹੀਂ ਦੇਣਾ ਤੇ ਲੰਘੋ ਜਿਵੇਂ ਲੰਘਣਾ। ਸਾਨੂੰ ਨਹੀਂ ਪਤਾ। ਇਹ ਬੜੀ ਲੰਬੀ ਕਥਾ ਹੈ, ਪਰ ਮੈਂ ਸਿਰਫ ਟੂਕ ਮਾਤਰ ਤੁਹਾਨੂੰ ਇਸ਼ਾਰਾ। कित्थे आनंदपुर साहब, कित्थे डिस्ट्रिक्ट हुशियारपुर दे विच मालपुर तो परां बसी पठाणा। ये आ बसी पठाणा नहीं जिहड़ी असीं भुलेखे नाल समझ जाने। एक ते फतेहगढ़ साहब दे नाल, एक साध संगत चंडीगढ़ तो अंबाले जांदे आ। ये बसियां नहीं, ये बसी डिस्ट्रिक्ट हुशियारपुर वाली है।
उस ब्राह्मण ने जदों बेनती की भी महाराज इस तरह मैं अपनी पत्नी का डोला लैके आ रहा सा ते फलाने पठान ने जबरदस्ती डोला खो लिया, उदों ये आम गल्लां सन। उस वेले हजूर ने भरे दीवान विच अपने पुत्र वाल तकिया, आई कॉन्टैक्ट बनिया। वेखो सुरत विच बड़ा फर्क हुंदा है। कई लोग ने जिहड़े इशारा समझते हैं, कई लोग गल क्या समझते हैं, कई डंडा मारिया भी नहीं समझते। डंडे नाल हिक के ते खोते नूं तोरीदा ना, बंदे नूं ते इशारा ही बड़ा हुंदा है। दीवान च उठ के खड़े हो गए, हजूर की हुक्म है? कहने लगे बेटा 100 सवार लवो, हनेरा जदों हो जाए उदों इत्थे निकलना और चानन होण तो पहला पहला ना सिर्फ उस बच्ची नूं लियाउणा, उस दुष्ट दियां मुश्कां बन के मेरे कोल पेश करना है। आसा दी वार दे कीर्तन च साहब अजीत सिंह हनेरी वांगू गए ते दूहां नूं लैके तूफान वांगू आ गए। ये बड़ा जोखम भरिया काम साहब अजीत सिंह नूं बख्शिया गुरु गोबिंद सिंह ने, वरना कह सकते सन इन्ने जरनैल ने पुत्र नूं इस रिस्की काम विच क्यों भेजना है। जदों आनंदपुर साहब छड्डिया ते मलकपुर रंगड़ा विच भाई बचित्र सिंह नूं तैनात कीता 100 सवारां समेत। चंगियां पिंड विच भाई जीवन सिंह नूं 100 सवारां नाल तैनात किया। भाई उदय सिंह नूं हथाउण लाका शाही टिब्बी ते तैनात किया। और साहब अजीत सिंह नूं महाराज कहन लगे भी जदों सिर्फ 500 सिंह आ सी, वहीर सिर्फ 500 लोग नहीं, जदों निकलांगे इन्हां दुष्टां ने 4 छफेरों हल्ला करना, पिछों आक्रमण करनगे। बेटा तू 100 सवार लैके पिछों इन्हां नूं रोकना है। उदों भी सब तो जोखम भरिया काम साहब अजीत सिंह नूं दिता गया। सरसा तो पार होके निहंग खां दे घर चले गए, उत्थे पता लगा भी मलकपुर रंगड़ा 100 का 100 सिंह शहीद हो गया ते बचित्र सिंह सख्त जख्मी ने, रेस्क्यू करना है। फिर महाराज साहब अजीत सिंह नूं कहंदे भाई बुढ़ा सिंह नूं नाल लैके 2 जने जाओ और उस लश्कर चों भाई बचित्र सिंह नूं कढ के लियाओ। और साहब अजीत सिंह कढ के लियाए। 3 जंगां विच महाराज ने उच्ची टिब्बी ते साहब अजीत सिंह नूं आनंदपुर साहब जंग करदिआं वेख्या सी और महाराज नूं तसल्ली हो गई सी भी हुण इह उम्र भावें थोड़ी है पर यह सबूता। साहब अजीत सिंह इस तरह करते सन, कहते ने मान लिया भी बहुत तगड़ा लश्कर है ते पिता जी वेख रहे ने, कई बार महाराज की खुशी लैन लई ना महाराज नूं इशारा करते सन, महाराज देखियो मैं लश्कर नूं चीर के उधर जाके ते फिर विचों किवें निकल के आउणा। ऐसा टैक्ट सी, इन्नी फुर्ती नाल लड़दे सन बई वो जिवें भेडां भजदियां ने, भज के परां हो जाना, घोड़ा भजा के पार हो जाना, उधरों वड्ड टुक करदे घोड़ा भजा के इधर आ जाना। फिर बापू नाल आई कंटैक्ट बना भी बापू ठीक है, बापू आखना भी शाबाश पुत्र। इदां परखिया सी महाराज ने। साडे वांगू ने भी बचा बचा के रखना है भी 16 ती कर दिओ एसी, पुत्र नूं बड़ी गर्मी लगदी पई है, हीटर नेड़े कर दिओ, पिलपले जाए, सोड़ जाए, कोमल जाए। जदों भीड़ां पैंदियां ने प्रेमियों फिर बड़ा औखा हुंदा है। थोड़ी गर्मी सर्दी एक्सरसाइज सैर भुख प्यास जरनी, गर्मी सर्दी का मुकाबला शरीर नूं करन देना चाहिए। वक्त का कोई पता नहीं, मुसीबत दस के नहीं आउंदी। बड़े सोल लोग जिहड़े ने इस तरह के समयां ते फिर बिल्कुल दिल छड़ जांदे ने। खैर चमकौर दी गढ़ी विच किवें मोह छितर खा के गया गुरु गोबिंद सिंह तो प्रेमियों ध्यान दिया जे, क्योंकि अज दा सारा शब्द मोह दुआले परिक्रमा करदा है। शहजादा ए जी जाह ने भगदड़ थी मचा दी, ये फौज भगा दी कभी वो फौज भगा दी। सतगुर ने वहीं किला से चमकौर दी गढ़ी चों बच्चे को नदा दी। नदा सदा इनू सम्मन कहंदे ने, आवाज देनी, इंज बुलाना, हैलो कहना। सतगुर ने वहीं किला से बच्चे को नदा दी, शाबाश पिसर। पिसर फारसी च कहंदे पुत्र नू, क्योंकि ये जिहड़ा सज्जन है अल्लाह यार खां जोगी इस्लाम दा धारनी है और ये फारसी अरबी का बहुत तुरंतर विद्वान है। ये लगभग 1921-22-23 के करीब इन्हें चलाना किया है। बहुत लंबी गल को नहीं, अज तो 100 कुछ साल पहला ये इस पृथ्वी ते सी। बड़ी लंबी चौड़ी ओदी कथा है, बड़े संताप हंडाए उन्हें गुरु की उस्तत लिखण तो बाद। जो मुसलमान वीरां ने उहदे नाल गलत व्यवहार किया वो अपने आप में एक बड़ी दुखदाई दास्तान है, पर मेरे को अज इन्ना वक्त नहीं। शेक दिता सी उन्होंने भाई इस्लाम अनुसार ना तेरू कफन मिलेगा ना दफन मिलेगा, कोई तेरी शब्द तकबीर नहीं पढ़ी जाएगी,
कोई तेरे जनाजे च नहीं जाएगा, कोई तेरी मैयत विच अफसोस नहीं करेगा। कमबख्ता तू गुरु गोबिंद सिंह दे पुत्रां दी तारीफ लिखदा रहा, तेनू हसन ते हुसैन हजरत साहब दे दोधरे करबला विच शहीद होने वाले नजर नहीं आए। बड़ी लंबी चौड़ी कथा है। तेरे वास्ते बहिश्त दे दरवाजे भी बंद हो गए ने। ते काजी दबके मार के जान लगा ते अल्लाह यार खां जोगी कहन लगा, काजी साहब मेरी भी गल सुनते जाओ। कहन लगा दस। आखन लगा मैं बहिश्त दे दरवाजे खलवाने भी कोई नहीं गए, मैनू तुहाडी बिश्त नहीं चाहिदी, मैनू तुहाडे अंगूरी जाम हूरां लौंडे कुछ नहीं चाहिदा। तुहाडी बिश्त दे दरवाजियां नू पक्के ताले मेरे वास्ते लवा दिओ, पर मैनू एक भरोसा है, मेरा बापू कलगियां वाला खड़ा होकर मेरी इंतजार कर रहा होगा जदों मैं जावांगा। बहुत इहदे नाल उन्हां ने गलत व्यवहार किया, वखरा विषय है। मैं अर्ज कर रहा सा संगत जी, शहजादा ए जी जा ने भगदड़ थी मचा दी, ये फौज भगा दी, कभी वो फौज भगा दी, सतगुरु ने वहीं किला से बच्चे को नदा दी, शाबाश पिसर खूब दलेरी से लड़े हो, हां क्यों ना हो गोविंद के फरजंद बड़े हो। शहजादा ने तलवार से तस्लीम बजाई, इदा तलवार नाल हाथ इत्थे लै गए, ओदी नोक इत्थे रख ली, सल्यूट किया। शहजादा ने तलवार से तस्लीम बजाई, गर्दन पे अदाब दिलावर ने झुकाई। थोड़े जे झुक के बापू दी शाबाशी नू रिस्पॉन्स दिती, पर भावी नू कौन मोड़ सकता। इस वक्फा में फौजे सितम आरा उमड़ आई। इस वक्फा इन्ने समय च जंग विच 10 सैकंड भी बहुत हुंदे ने, 5 सैकंड भी बहुत हुंदे ने। जदों असीं ट्रिगर नू प्रेस करने आ, राइफल दे नू पिस्टल दे नू कितना कुछ चिर लगदा, 1 सैकंड भी नहीं लगदा। जे टिकाणे ते लग गया, थोड़ा जिहा साह रोक के बट रख के इत्थे 303 दा फायर टारगेट नू फोकस करके मार दिता, ते उन्हें ते अपने लक्ष्य ते वजना है और उन्हें फिर खापे खोल देने ने, उन्हें छड्डना थोड़ा कुछ। इस वक्फा में फौजे सितम आरा उमड़ आई और बर्छी किसी बदबख्त ने पीछे से लगाई। पिछले पासों बर्छी मारी धोखे नाल। त्योरा के गिरे जीन से सरकार जिमी पर रूह खुलद गई। खुलद परलोक, खुलद मैंने परलोक, रूह खुलद गई और तनेजार जमी पर। उस वेले हजूर ने गड़ी चो जयकारा छड्डिया ते एक बचन बड़ा कौम च प्रचलित है संगत जी। महाराज कहने लगे, आज खालसा खाश पयो सतगुर के दरबार। अज खालसा खाश होया, नहीं तो लोग कहना सी दूजियां दे पुत्र मरवा के अपने पुत्रां नूं लैके निकल गया। अज मैं सुरखरू होया दरगाह च भी मालका धर्म युद्ध करदियां ना मैं सिख वेख्या, ना पुत्र वेख्या, ना मां वेखी, ना प्यो वेख्या। मोह फिर साहब अजीत सिंह शहीद होने तो बाद लोग तीर मारते हैं, पूरे पैर के अंगूठे तो सिर की चोटी तक कई 100 तीर जिहड़े ने वजे हुए ने। शहीद होए नूं मारी गए। क्यों मारी गए जी? उन्हां जमानिਆਂ 'ਚ रिवाज हुंदा सी, जिहड़ा बहुत मशहूर सूरमा हुंदा सी ਉਹਨੂੰ मारन का इनाम मिलता सी। हर एक दे तीर की अपनी बनतर हुंदी सी, पिछे धागे बन्ने हुंदे सन और शहीद होयां नूं मारी जांदे सन इनाम लैण दे मारे भी नहीं जी मेरे तीर नाल मरिया। दूजे कहना नहीं जी इन्हें भी मारिया सी, उंज मरिया मेरे तीर नाल सी। इस करके रिवाज से भी शहीद होयां नूं भी मारी जांदे सन। वो तीर विच टुंग देंदे सन, मार देंदे सन भी मैनूं भी इनाम मिल जाए। और हजूर ये सारा कुछ देख रहे हैं भी मेरे पुत्र नूं शहीद होने तो बाद भी दुश्मन बख्श नहीं रहा, फिर भी तीरां नाल छाती विन्नी जा रहे हैं। पर हजूर डोले नहीं। मोह हजूर ते गलबा नहीं पा सकिया। मोह उत्थे हार खा जाता है, इत्थे बस नहीं गी। फिर हुण दूसरा जत्था भेजना है। भाई दया सिंह कहंदे ने महाराज हुण किहड़े जत्थेदार की अगवाई विच अगला जत्था जाएगा गढ़ी चो बाहर? हजूर कहंदे ने जुझार सिंह की अगवाई विच। उस वेले सारे सन रह जाते हैं। 14 साल की उम्र है महाराज। ये तो कोई परखिया होया जरनैल नहीं। अजीत सिंह की होर गल सी, भावें वो भी टीनेजर सन, पर उन्होंने कई जंगां विच तुसीं परखिया सी। ये तो बिल्कुल जे मशूम है। सुभाव हुंदा ना बच्चों का, कुछ बच्चे थोड़े जिहा तेज निकलते हैं, कोई थोड़ा जिहा उहदे मुकाबले ते किसी होर पक्षों
ज़्यादा हुंदे ने, किसी पक्षों थोड़े घट भी हुंदे ने, नैचुरल है। उस वेले पिताजी ने कहा सी, बेटा हो तुम ही पंथ के बेड़े के खवैया, सर भेंट करो ताकि चले धर्म की नैया, ले दे के तुम ही थे मेरे गुलशन के बकैया, लो जाओ राह तकते हैं सब खुर्द में भैया, ख्वाहिश है तुम्हें तेग चलाते हुए देखें और हम आंख से बर्छी तुम्हें खाते हुए देखें। फिर साहब जुझार सिंह नूं मैदाने जंग च भेजदे ने। बाकायदा साहब जुझार सिंह, भाई का लाशा जब मैदाने जंग में नजर आया, घोड़े से वो जवां दिलावर नीचे उतर आया। उथे भी यही मिस्टेक हुई और भरा दे कोल उतर के खड़े हो गए और वो थोड़ा जिहा मौका भांफ के उन्होंने दुआलियों घेरा पा लिया। त्योरा के गिरे जीन से सरकार जिमी पर, रूह खुलद गई और तनेजार जिमी पर। साहब अजीत सिंह भी, जुझार सिंह भी शहीद हो गए। हुण वेखो, दो पुत्र सरसा दे किनारे विछड़ चुके ने। सतगुरु नूं इस गल का पता है भी इन्हां दा हशर की होना है, क्योंकि वह अंतरजामी ने, त्रै कालदर्शी ने। दो पुत्र अखां दे सामने शहीद हो गए ने। पर असी इतिहास पढ़ते सुनने भी सतगुरु जी नूं मोह 1% का 1000वां हिस्सा भी अपने गलबे च नहीं लै सकिया। और जदों भाई दया सिंह, भाई धर्म सिंह, भाई मान सिंह इत्यादि कोई इस तरह के बचन करते हैं तो महाराज गुस्सा करते हैं। भाई दया सिंह, तुहानू कितनी बारी कहा है बई ये कोई खास पुत्र नहीं तो तुसी घट पुत्र नहीं, सारा खालसा ही मेरा पुत्र है। और जदों फिर समा आया, गुरु के महला ने दमदमा साहब पूछया ना प्रेमियों, क्योंकि उदों हुण वर्गे साधन नहीं सन भी फोन कर दिता जाता भी साहिबजादे शहीद हो गए ने। मातावां नूं पता ही कोई नहीं सी, मातावां नूं पता ही नहीं सी भी माता गुजर कौर शहीद हो गए ने, चारे साहिबजादे शहीद हो गए ने। मातावां नूं कोई खबर नहीं, माता साहिब कौर नूं, सुंदर कौर नूं कोई खबर नहीं। ते दमदमा साहब दे दीवान विच जदों महाराज इशारा करके तखत ते बिठांदे ने ते उपरों बैठ के माता साहिब कौर 4 चफेरे तकदे ने ते साहिबजादे नजर नहीं आउंदे, ते फिर डरदे डरदे हजूर नूं कहिंदे ने भी महाराज साहिबजादे नजर नहीं आउंदे, तां हजूर गल नूं टालदे ने। पर किन्नी देर टाल सकदे सन? महाराज मैं तुहानूं कुछ पुछया, अजीत जुझार जोरावर फतेह कित्थे ने? नजर नहीं आउंदे। ठीक ते हैं, जंग विच किते जख्मी ते नहीं हो गए? हुण मां नूं कौन दसे भी वो जख्मी नहीं हो गए? तो वो तो इस फानी संसार नूं कई महीने पहला अलविदा कह गए ने। फिर जदों जोर दे के पुछदे ने माता जी, उदों सतगुरु दमदमा साहब ये बचन किया सी भी इन पुत्रन के सीस पर वार दिए सुत चार, चार मुए तो क्या हुआ जीवत कई हजार। अनुमान लाओ ये सानू क्या सी। हुण आत्म मंथन करिए भी साडा किरदार की है। साडा मींज मैं सिर्फ तुहाडी गल नहीं करदा, मैं सारी कौम दी गल करा। जिस गुरु ने असूलों तो अपना सब कुछ कुर्बान कर दिता कौम तो, उस कौम वास्ते साडा कितना कोई योगदान है? साडा किरदार किस तरह का है, करैक्टर किस तरह का है, आचरण किस तरह का है, साडी दिनचर्या, साडा लाइफ स्टाइल किस तरह का है, गुरु साडे दा लाइफ स्टाइल किस तरह का सी। तो खैर गुरु कृपा करे, याकूब को यूसुफ के बिछड़ने ने रुलाया, साबर कोई ऐसा कम रसूलों में है आया। फिर वही गल डंडक में फिरे राम तो सीता थी बगल में, फक्र जहां हिंद की माता थी बगल में, लक्ष्मण सा बरादर पे तस्कीन जिगर था, सीता सी पति व्रत से बन राम को घर था, बाकी है गनैया तो नहीं उनका पिसर था, सच है गुरु गोविंद का रुतबा ही दिगर था, कटवा दिए शेष शाम ने गीता को सुनाकर, और रूह फूक दी गोविंद ने औलाद कटाकर। फिर प्रेमियों कवि संतोख सिंह ने कई सदियां बाद लिखा भी शाये जाती एकता अनेकता बिलाए जाती, होवती कुचीलता कतेबन कुरान की, पाप प्रपक जाते धर्म तसक जाते, बर्न गर्क जाते सहत विधान की,
देवी देव देहुरे संतोख सिंह दूर होते, रीत मिट जाती कथा बेदन पुराण की, श्री गुरु गोबिंद सिंह पावन परमसूर, मूर्त ना होती जो पे करुणा निधान की। मैं थोड़े ਜਿਹੇ अर्थ कर दिया, आग्ञा लैके फिर शब्द के अर्थ करके समाप्ति करांगे। इत्थे भारत वर्ष विच इक्को ही नारा गूंजना सी, एक ने कहना सी अस्सलाम अलैकुम, दूजे ने कहना सी वालेकुम अस्सलाम, राम राम, सत श्री अकाल, गुड मॉर्निंग, वाहगुरू खालसा वाहगुरू फतेह, किसी नहीं सी कहनी। क्यों? क्योंकि कोई मजहब ही नहीं सी छड्डना उन्हें, औरंगजेब ने। शायद जाती एकता, इस्लाम एका छा जांदा सारियां ते गलबा पा लैंदा। अनेकता किते टल वज रहे ने, किते प्रेयर हो रही है, किते ग्रंथी नितनेम कर रहे हैं, ये अनेकता खत्म हो जाती, बिलाए जाती, चली जाती। होवती की, होवती की हुंदा? कुचीलता कतेबन कुरान की, धार्मिक ग्रंथां दा कुरान नूं छड्ड के सब दा नरादर होना सी। जुनैद गया ना अरब दी सब तो वड्डी लाइब्रेरी च, ते कहण लगा अग लियाओ, मैनूं अग लाणी है। वो कहण लगे लाइब्रेरी है, क्यों अग लाणी है? वो कहंदा भी जे ते ये सारी लाइब्रेरी जिहड़ा लिटरेचर है कुरान दे अनुकूल है, कुरान दे मुताबक है, फिर इसकी लोड़ ही नहीं, वो तो ऑलरेडी कुरान च लिखिआ है, इनू साड़ देना चाहिए। तो जे कुरान दे प्रतिकूल है फिर भी साड़ देना चाहिए। ये काफरां दी गल है, उन्हें लाइब्रेरी साड़ दी। इन्हें कट्टड़ ने हो। असी कह जरूर देने आ भी गुरु साहब ने मुसलमानों के खिलाफ जंग नहीं लड़े, गुरु साहब मुसलमानों के खिलाफ नहीं सन। दर्जन को इस तरह के मुसलमान हैं जिन्हों ने जाना कुर्बान कीतियां गुरु तो, पर सब तो ज्यादा जानी नुकसान ते माली नुकसान जिहड़ा कौम दा होया वो मुगल साम्राज दे वेले होया। ये भी मैं तुहानूं अर्ज कर दिया, ये कोई छोटी जी गल नहीं गी, पर साडी मैमरी बड़ी वीक है ना, भुल बड़ी छेती जाने। 1947 बहुत लंबी गल को नहीं गी। सब तो ज्यादा ये देश की आज़ादी विच जो गवाना पिया वो पंजाबियों नूं, भावें बंगालियों का भी नुकसान होया, क्योंकि बंगाल जिहड़ी स्टेट सी वो भी डिवाइड होकर दो हिस्सों च हो गई, और पंजाब स्टेट जिहड़ी वो भी लहिंदा पंजाब ते चढ़दा पंजाब बन गया। बंगालियों का भी नुकसान होया, पर इस पार्टीशन दे विच सब तो वड्डी कीमत जिहड़ी अता करनी पई, मैनूं खिमा करना, उस सिख कम्यूनिटी नूं। और वेखो किते हड़ आ जाए, कुछ हो जाए, वो फिर वो जिहड़े प्रभावित लोग हुंदे ने उन्हां दीयां सरकारां हैल्प करदियां ने। 75 साल हो गए ने जिहड़े परिवार उजड़ के आए, हैल्प तो की करनी सी? जिहदी 2 मरबे जमीन सी, 50 एकड़ सी, उन्होंने कहण लगे भी इन्नी नहीं मिलनी, 25 एकड़ नाली सार। जिहदी 10 सी उन्होंने 5 मिली, जिहदी 20 सी उन्होंने 10 मिली, उल्टा उहदे चों ही काट हो गई। ये असीं कुर्बानियां कीतियां ने, साडे वड्डे वडेरियां ने। अद्धे जी रस्ते च मारे गए, और कई जी जिन्होंने मरे हुए समझ के पाठ भी करा दिते सन, वो 6-6 महीनों बाद लभदे लभदे आए। हैड ऑफिस जलंधर हुंदा सी, उन्हें कहना भी जलंधर जाके पता करो तुहाडी अलाटमेंट कित्थों दी है, उथों सरनामा दसना, पिछला पिंड दसना, जिला दसना, उन्हें कहना तुहाडी अलाटमेंट फलाने थां ते, और उन्हें भोग भी पाया होना। और जो अचानक वेखना तो पिंड चर्चा हो जानी भी फलाना तो जे जिउंदा है। असीं कीमत चुकाई है, इसलिए साडे तो धर्म की परीक्षा ना लिया करो। असीं इस्लाम धारण करके उत्थे ठाठ की जिंदगी जी सकते सां। असीं जानी नुकसान भी उहदे च कराया, असीं माली नुकसान भी कराया। ये मैं लोकल भरावां नूं जरूर बेनती करदे हां। साडा कोई मसला नहीं सी, इक्को ही मसला सी, धार्मिक मसला सी। खैर, शाये जाती एकता अनेकता, बिलाए जाती होवती कुचीलता, कतेबन कुरान की, पाप प्रपक जाते, धर्म तसक जाते, वर्ण गर्क जाते, सहत विधान की। आ जिहड़े 4 वर्ण ने ना, ब्राह्मण क्षत्रिय वैश्य ते शूद्र, ये नहीं सन रहने। जदों हिंदू धर्म ही नहीं सन रहना, वर्ण कादे रहने सन? कोई विधि विधान नहीं सी हिंदू धर्म का रहना। देवी देव देहुरे संतोख सिंह दूर होते, ना कोई देवी की मूर्ति, ना देवते दी, ना देवालय। रीत मिट जाती कादी? कथा बेदन पुराण की, किसे वेद पुराण की इत्थे किसी ने कथा करनी नहीं सी देनी। श्री गुरु गोबिंद सिंह पावन परम सूर, मूर्त ना होती जो पे करुणा निधान की। पुत्र भी कुर्बान कर दिते, मां भी कुर्बान कर दी, पिता भी कुर्बान कर दिता,
ਪਤਨੀਆਂ ਵੀ ਸਾਬ ਦੀਆਂ ਕੁਰਬਾਨ ਨਹੀਂ ਕਰ ਦਿੱਤੀਆਂ ਜਦੋਂ ਇਸ ਪ੍ਰਕਾਰ ਜੰਗਾਂ ਯੁੱਧਾਂ ਦੇ ਵਿੱਚ ਵਿਛੜ ਗਈਆਂ। ਅੱਜ ਦਾ ਸ਼ਬਦ ਵੀ ਕੁਝ ਇਸ ਭਾਵ ਦਾ ਵੀ ਕੌਣ ਕੋ ਪੂਤ ਪਿਤਾ ਕੋ ਕਾਂ ਕੋ ਕੌਣ ਮਰੈ ਕੋ ਦੇ ਸੰਤਾਪੋ। ਕੌਣ ਕਿਸੇ ਦਾ ਪਿਤਾ ਹੈ ਤੇ ਕੌਣ ਕਿਸੇ ਦਾ ਪੁੱਤਰ ਹੈ, ਇਸ ਸ਼ਬਦ ਨੂੰ ਜੀ ਕੇ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਦਿਖਾਇਆ। ਮਹਾਰਾਜ ਪੁੱਤਰ ਨੇ ਇਹਨਾਂ ਨੂੰ ਲੈ ਕੇ ਚਲੇ ਜਾਓ। ਹਜ਼ੂਰ ਕਹਿੰਦੇ ਕੌਣ ਕਿਸੇ ਦਾ ਪੁੱਤਰ ਹੈ ਤੇ ਕੌਣ ਕਿਸੇ ਦਾ ਪਿਤਾ ਹੈ। ਇਹ 4 ਦਿਨ ਦੀ ਖੇਡ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ राम है। कौन को पूत पिता को कां को कौन मरै को दे संताप। कौन मरदा है ते मरण तो बाद पिछलिਆਂ ਨੂੰ ਸੰਤਾਪ ਦੇ ਕੇ ਜਾਂਦਾ ਹੈ। ਕੋਈ ਮਰਦਾ ਨਹੀਂ, ਕੋਈ ਕਿਸੇ ਨੂੰ ਸੰਤਾਪ ਨਹੀਂ ਦਿੰਦਾ। 4 ਕੁ ਦਿਨ ਦੀ ਖੇਡ ਹੈ। ਅਸਲ ਵਿੱਚ ਗੱਲ ਕੀ ਹੈ? ਹਜ਼ੂਰ ਕਹਿਣ ਲੱਗੇ ਭਗਤ ਕਬੀਰ ਸਾਹਿਬ ਮਹਾਰਾਜ ਹਰ ਠੱਗ ਜਗ ਕੋ ਠਗੌਰੀ ਲਾਈ। ਠੱਗ ਬੂਟੀ। ਠੱਗ ਜਿਹੜਾ ਸ਼ਬਦ ਹੈ ਇਹਦੇ ਤੋਂ ਮਨੁੱਖ ਬੜਾ ਤਰਸਤ ਹੈ, ਕਿਉਂਕਿ ਠੱਗ ਚੋਰ ਨਾਲੋਂ ਤੇ ਡਾਕੂ ਨਾਲੋਂ ਜ਼ਿਆਦਾ ਖਤਰਨਾਕ ਹੈ। ਚੋਰ ਤੇ ਸੁੰਝ ਵੇਂਦਾ ਹੈ, ਹਨੇਰਾ ਵੇਂਦਾ ਹੈ, ਡਾਕੂ ਬਲ ਨਾਲ ਲੁੱਟਦਾ ਹੈ। ਠੱਗ ਤੇ ਜੇ ਠੱਗੀ ਮਾਰਨੀ ਹੋਵੇ ਤੁਹਾਨੂੰ ਸੁੱਤੇ ਪਿਆ ਉਹਦੇ ਪਹਿਲਾਂ ਜਗਾਏਗਾ ਤੇ ਫਿਰ ਕਹੇਗਾ ਵੀ ਸਕੀਮ ਬੜੀ ਵਧੀਆ ਨਿਕਲੀ ਹੈ। ਤੇ ਉਹ ਫਿਰ ਸਕੀਮਾਂ ਕਿੱਦਾਂ ਦੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਨਾ। ਬੜਾ ਵਧੀਆ ਪਲਾਟ ਹੀ ਲੈ ਲੈ, ਉਹ 10 ਸਾਲ ਬਾਅਦ ਆ ਕੇ ਰੇਟ ਪੁੱਛਦਾ ਜਿੰਨੇ ਦਾ ਲਿਆ ਉਹ ਵੀ ਕੋਈ ਨਹੀਂ ਮਿਲਦੇ। ਇਹ ਵੀ ਇੱਕ ਨਾ ਠੱਗੀ ਠੋਰੀ ਜੀ ਚੱਲੀ ਹੈ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵੀ ਸਾਰੇ ਪ੍ਰਾਪਰਟੀ ਡੀਲਰ ਇਸ ਤਰ੍ਹਾਂ ਦੇ ਨੇ, ਪਰ ਅੱਜ ਸਾਡੇ ਇਸ ਸ਼ਹਿਰ ਦੇ ਵਿੱਚ ਮਤਲਬ ਇਹ ਜਿਹੜਾ ਵਰਗ ਹੈ ਬਹੁਤ ਬਦਨਾਮ ਹੋ ਗਿਆ। ਕਈ ਘਰ ਜਾੜ ਦਿੱਤੇ ਨੇ ਇਹਨਾਂ ਪ੍ਰਾਪਰਟੀ ਡੀਲਰਾਂ ਨੇ। ਕੋਈ ਨਾ ਕੋਈ ਸਪੈਸ਼ਲ ਇਹਨਾਂ ਵਾਸਤੇ ਰੂਲ ਬਣਨਾ ਚਾਹੀਦਾ ਵਿਧਾਨ ਸਭਾ 'ਚ ਵੀ ਇਹਨਾਂ ਨੂੰ ਜਿਹੜੇ ਜੋ ਕੀਤੇ ਨੇ ਉਹਨਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਣ ਤੇ ਅੱਗੇ ਤੋਂ ਨੱਥ ਪਾਈ ਜਾਏ ਵੀ ਤੁਹਾਨੂੰ ਲੋਕਾਂ ਦੇ ਘਰ ਉਜਾੜਨ ਦਾ ਕੋਈ ਹੱਕ ਨਹੀਂਗਾ। ਖੈਰ, ਠੱਗ ਜਿਹੜਾ ਉਹ ਸੁੱਤੇ ਪੈ ਨੂੰ ਵੀ ਜਗਾਉਂਦਾ ਹੈ। ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਗੋ ਰੱਬ ਵੀ ਠੱਗ ਜੇ। ਉਹਨੇ ਸਾਨੂੰ ਠੱਗ ਬੂਟੀ ਲਾ ਦਿੱਤੀ। ਮੋਹ ਆ ਤੇਰੀ ਧੀ ਆ ਤੇਰਾ ਪੁੱਤਰ ਹੈ, ਨਾ ਕੁਝ ਮਿਲਣਾ ਨਾ ਲੈਣਾ ਨਾ ਦੇਣਾ, ਸਾਰੀ ਉਮਰ ਹੀ ਬੰਦਾ ਵਗਾਰ ਕਰਦਾ ਰਹਿੰਦਾ। ਨਾਮਦੇਵ ਸਾਹਿਬ ਕਹਿੰਦੇ ਨਾ ਵੀ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ। ਕੀ ਬਾਤ ਹੈ। ਨੀਕੀ ਤੇਰੀ ਬਿਗਾਰੀ ਕਹਿੰਦੇ ਨੇ ਵਗਾਰ ਨੂੰ, ਤੇ ਵਗਾਰ ਪ੍ਰੇਮੀਓ ਕਹਿੰਦੇ ਨੇ ਸਾਡੇ ਪੰਜਾਬ 'ਚ ਜਿਹੜੇ ਕੰਮ ਦੇ ਬਦਲੇ 'ਚ ਕੁਝ ਮਿਲੇ ਨਾ ਉਹਨੂੰ ਵਗਾਰ ਕਹਿ ਦਿੰਦੇ ਨੇ। ਅੱਜ ਮੈਂ ਫਲਾਣੇ ਦੀ ਵਗਾਰ ਜਾਣਾ। ਪਿੰਡਾਂ 'ਚ ਪਾਉਂਦੇ ਹੁੰਦੇ ਸਨ ਲੋਕੀ, ਜਦੋਂ ਮਸ਼ੀਨਰੀ ਨਹੀਂ ਸੀ ਨਾ, ਇੱਕ ਦੂਜੇ ਦਾ ਹੱਥ ਵਟਾਉਂਦੇ ਸਨ ਤੇ ਵਗਾਰ ਵਿੱਚ ਇੱਕ ਦੂਜੇ 'ਚ ਜਿਹੜੇ ਉਧਰੋਂ ਸਾਡੇ ਲਹਿੰਦੇ ਪੰਜਾਬ 'ਚੋਂ ਆਏ ਨੇ ਉਹ ਟਿੱਪੀ ਲਾ ਕੇ ਵੰਗਾਰ ਕਹਿੰਦੇ ਨੇ। ਇਹ ਵੀ ਮੈਂ ਬੇਨਤੀ ਕਰਦੇ ਹਾਂ। ਮਾਝੇ ਸਾਰੇ ਵਿੱਚ ਵੀ ਵੰਗਾਰ ਸ਼ਬਦ ਹੀ ਵਰਤਿਆ ਜਾਂਦਾ। ਇੱਥੇ ਤੁਹਾਡੇ ਵਗਾਰ ਜਾਂ ਵਗਾਰ ਕਿਹਾ ਜਾਂਦਾ। ਹੁਣ ਵਗਾਰ ਗਏ ਆ ਤੇ ਪ੍ਰਸ਼ਾਦੇ ਦਾ ਟਾਈਮ ਹੈ, ਪ੍ਰਸ਼ਾਦਾ ਛਕਾ ਦੇਣਗੇ। ਚਾਹ ਦਾ ਟਾਈਮ ਹੈ, ਚਾਹ ਛਕਾ ਦੇਣਗੇ। ਆਉਣ ਲੱਗਿਆ ਕੋਈ 400 500 1000 ਰੁਪਈਆ ਤੇ ਤਲੀ ਤੇ ਨਹੀਂ ਨਾ ਕਿਸੇ ਰੱਖਣਾ ਬਈ ਵਗਾਰ ਆਇਆ, ਅੱਜ ਤੂੰ ਮੇਰੀ ਆਇਆ ਕੱਲ ਨੂੰ ਮੈਂ ਤੇਰੀ ਆ ਜਾਵਾਂਗਾ। ਇਹ ਜਿਹੜੀ ਧੀਆਂ ਪੁੱਤਰਾਂ ਨੂੰ ਪਾਲਣ ਦੀ ਕੰਮ ਹੈ, ਇਹ ਤੇ ਪ੍ਰਮਾਤਮਾ ਨੇ ਸਾਨੂੰ ਵਗਾਰ ਲਾਈਏ, ਬਦਲੇ 'ਚ ਮਿਲਣਾ ਕੁਛ ਨਹੀਂ, ਸਗੋਂ ਗਿਲਾ ਹੀ ਕਰਨਾ ਵੀ ਤੂੰ ਡੈਡੀ ਸਾਡੇ ਵਾਸਤੇ ਕੀ ਕੀਤਾ। ਫਲਾਣੇ ਦੇ ਡੈਡੀ ਨੇ ਤੇ ਬਹੁਤ ਕੁਝ ਕਰ ਦਿੱਤਾ। ਆਹੋ ਕੁਛ ਹੀ ਮਿਲਣਾ, ਜਿੰਨਾ ਮਰਜ਼ੀ ਕਰ ਲਓ। ਬੱਚੇ ਤੁਹਾਡੇ ਨਾਲੋਂ ਬੈਟਰ ਕਪਲ ਨੂੰ ਦੇਖਦੇ ਨੇ, ਪੇਰੈਂਟਸ ਨੂੰ ਦੇਖਦੇ ਨੇ, ਉਹਨਾਂ ਨੇ ਤੁਹਾਡੇ ਨਾਲੋਂ ਡੈਡੀ ਬੈਟਰ ਕਰ ਦਿੱਤਾ। ਔਰ ਇਹ ਤ੍ਰਿਸ਼ਨਾ ਦਾ ਤੇ ਕੋਈ ਅੰਤ ਨਹੀਂਗਾ। ਇਹ ਵਾਹਿਗੁਰੂ ਨੇ ਠੱਗ ਬੂਟੀ ਜੀ ਸਾਨੂੰ ਚੰਬੋੜ ਦਿੱਤੀ ਬਈ ਇਹਨਾਂ ਦੀ ਪ੍ਰਤਪਾਲਨਾ ਪਰਵਰਿਸ਼ ਕਰਦਾ ਰਹੋ। ਆਪਣੇ ਮੂੰਹ ਚੋਂ ਬੁਰਕੀ ਕੱਢ ਕੇ ਵੀ ਇਹਨਾਂ ਦੇ ਮੂੰਹ 'ਚ ਪਾਉਂਦਾ ਰਹੋ। ਹਰ ਠੱਗ ਜਗ ਕੋ ਠਗੌਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ। ਇਹ ਠਗੌਰੀ ਲਾ ਕੇ ਮੈਨੂੰ ਭੁਲਾ ਦਿੱਤਾ ਆਪਣਾ ਨਾਂ, ਹੁਣ ਉਹਦੇ ਵਿਯੋਗ 'ਚ ਮੈਂ ਕਿਵੇਂ ਜੀਵਾਂ। ਫਿਰ ਅੱਗੇ ਦੂਜੇ ਪਦੇ 'ਚ ਕਹਿੰਦੇ ਨੇ ਕੌਣ ਕੋ ਪੁਰਖ ਕੌਣ ਕੀ ਨਾਰੀ। ਕੌਣ ਕਿਸੇ ਦਾ ਪਤੀ ਹੈ ਤੇ ਕੌਣ ਕਿਸੇ ਦੀ ਪਤਨੀ ਹੈ। ਕੋਈ ਕਿਸੇ ਦੀ ਪਤਨੀ ਨਹੀਂ, ਕੋਈ ਕਿਸੇ ਦਾ ਪਤੀ ਨਹੀਂ। ਜ਼ਿੰਮੇਵਾਰੀਆਂ ਨਿਭਾਣੀਆਂ ਨੇ। ਅੱਜ ਵੀ ਘਰ ਜਾ ਕੇ ਉਸ ਤਰ੍ਹਾਂ ਜਿਵੇਂ ਰੋਜ਼ ਨਿਭਾਉਂਦੇ ਹੋ। ਗਰੋਸਰੀ ਪਤਨੀ ਕਵੇ ਲਿਆ ਕੇ ਦਿਓ ਤੇ ਲਿਆ ਕੇ ਦੇਣੀ ਹੈ, ਪਰ ਉਂਝ ਅੰਦਰੋਂ ਇੱਕ ਪਕੜ ਢਿੱਲੀ ਕਰਨੀ ਹੈ ਵੀ ਇਹ ਕੁਝ ਦਿਨਾਂ ਦਾ ਵਸੇਬਾ ਹੈ। ਕੋਈ ਮੇਰੀ ਪਤਨੀ ਨਹੀਂ ਤੇ ਪਤਨੀ ਕਵੇ ਕੋਈ ਮੇਰਾ ਪਤੀ ਨਹੀਂ, ਕੋਈ ਪੁੱਤਰ ਨਹੀਂ, ਕੋਈ ਧੀ ਨਹੀਂ, ਕਿਉਂਕਿ ਅੰਤੇ ਕੋ ਨਾ ਸਹਾਈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ
ऐसा काम मूले ना कीचै जित अंत पछुताइए। सतगुरु का उपदेश सुन तू होवे तेरे नाले, कह नानक मन प्यारे तू सदा सच संभाले। कौन को पुरख कौन की नारी, या तत लियो शरीर विचारी। या तत लियो शरीर विचारी दे अर्थ ने भी ऐसे शरीर विच ऐसे जन्म विच इस गल नूं समझ लो ते अगला जन्म नहीं होवेगा, नहीं तो फिर जन्म होवेगा। इसे शरीर समझ लो भी कोई पुत्र नहीं, कोई प्यो नहीं, कोई पत्नी नहीं, कोई पति नहीं। ये हार ठग गए, उन्हें जग को ठगौरी ला छड्डी। जिम्मेवारियां निभाओ पर पकड़ लगातार ढिली करते जाओ। या तत ले, ये तत दी गल, तत दी विचार लेहो शरीर विचारी, ऐसे शरीर विच विचार लो, ऐसे जन्म दे विच ही। जदों कहंदे ना कहत कबीर सुनो रे संतो खेत ही करो नबेरा, तो मृतक दे उत्ते भी सिंह गा देंदे ना अंतम अरदास ते, वो नहीं टुकदा शब्द खेत ही करो नबेरा। ਉਹਦੇ गौर नाल अर्थ वेखो, खेत शरीर ते शरीर ते ਉਹਦੇ कोल हुण रिहा नहीं ਜਿਹਦੇ ਨਿਮਿਤ अरदास कर रहे। खैर कह कबीर ठग स्यों मन मानिया, गई ठगौरी ठग पहचानिया। हुण मैं ठग परमात्मा नाल जान पछाण पा ली, इंट्रोडक्शन हो गई है, परचा शब्द का वाली गल बन गई है। और जदों ठग ने ही ये ठगी बनाई है, ठग बूटी बनाई है, तो जिवें असी कल विचार कीती सी भी जदों माया नूं बनाउण वाले परमात्मा नाल ही सांझ बन जाए, ये सरपणी तां की कीती होई, बल अबल क्या इसते होई। ये माया रूपी नागनी ओदी बनाई है, ਉਹਦੇ ਨਾਲ संबंध बन जाए तो फिर ਇਹਦੀ ताकत की है किसी ਨੂੰ ਇਹ देख सके। इसे तरह जिन्हें मोह रूपी ठगौली बनाई है ਉਹਦੇ ਨਾਲ मेरी पछाण हो गई, हुण मैनू ठग दी कोई ठगी दी, हुण मैनू ठग बूटी दी कोई परवाह नहीं। अखीर च कहंदे ने कहे कबीर ठग स्यों मन मानिया, मेरा मन परमात्मा रूपी ठग नाल पतीज गया, मन गया। हुण गई ठगौरी ठग पहचानिया, हुण मैं अपने मोह दे उत्ते, मोह रूपी ठगौरी दे उत्ते काबू पा लिया है, तो इस प्रकार मैं ठग नूं भी पहचान लिया। तो साध संगत आप जी नूं पता ही है भी कल टुमारो सरबंस दानी, अमृत के दाते, पुत्रां दे दानी, अदुੱਤੀ योद्धा, महान साहित्यकार, जिन्ने भी लकब लाइए थोड़े ने कलगियां वाले नाल, कलगियां वाला